ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਪਰਮ ਸਨਮਾਨਯੋਗ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਓੰਕਾਰ ਬਾਣੀ ਦੇ ਵਿਚਾਰ ਅਧੀਨ ਜੋ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ, 51 ਪੌੜੀਆਂ ਦੀ ਵਿਚਾਰ ਅਸੀਂ ਪੂਰੀ ਕਰ ਚੁੱਕੇ ਹਾਂ। ਆਪ ਜੀ ਜਾਣਦੇ ਹੋ ਇਸ ਬਾਣੀ ਦੀਆਂ ਕੁੱਲ 54 ਪੌੜੀਆਂ ਹਨ। ਅੱਜ 52ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ, ਕਿਉਂਕਿ ਅੱਜ ਦੀ ਇਸ ਪੌੜੀ ਦੀ ਵਿਚਾਰ ਕੱਲ ਦੀ ਵਿਚਾਰ ਦੇ ਨਾਲ ਹੀ ਬਿਲਕੁਲ ਅੱਗੇ ਤੁਰਦੀ ਹੈ। ਇਸ ਵਾਸਤੇ ਕੱਲ ਵਾਲੀ ਵਿਚਾਰ ਨੂੰ ਵਿਚਾਰਨਾ ਜ਼ਰੂਰੀ ਹੈ। 2-3 ਮਿੰਟ 'ਚ ਅਸੀਂ ਉਹਨੂੰ ਵਿਚਾਰ ਕਰ ਲਈਏ। ਕੱਲ ਜਿਹੜੀ ਪੌੜੀ ਅਸੀਂ ਕੀਤੀ ਸੀ, ਪੌੜੀ ਨੰਬਰ 51, ਪੌੜੀ 52 ਤੇ 53 ਜਿਹੜੀਆਂ ਹਨ ਉਹ ਇੱਕੋ ਭਾਵ ਦੀਆਂ ਪੌੜੀਆਂ ਹਨ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕੱਲ ਗੱਲ ਸਮਝਾਈ ਸੀ, ਇਨਸਾਨ ਦੇ ਅੰਦਰ ਹਉਮੈ ਪਰਮੇਸ਼ਰ ਦੇ ਨਾਲ ਮਿਲਣ ਵਿੱਚ ਇੱਕ ਵੱਡੀ ਰੁਕਾਵਟ ਹੈ। ਪਰ ਜਦੋਂ ਸੁਰਤ ਗੁਰੂ ਸ਼ਬਦ ਵਿੱਚ ਜੁੜ ਜਾਂਦੀ ਹੈ, ਪ੍ਰਭੂ ਨਾਲ ਜਾਣ ਪਛਾਣ ਬਣ ਜਾਂਦੀ ਹੈ, ਤਾਂ ਹਉਮੈ ਦੀ ਇਹ ਕੰਧ ਟੁੱਟ ਜਾਂਦੀ ਹੈ। ਤੇ ਸਾਹਿਬ ਕਹਿੰਦੇ, ਮੈਂ ਇਹ ਵੇਖ ਵੇਖ ਕੇ ਬੜਾ ਹੈਰਾਨ ਹੋ ਰਿਹਾ, ਬੜੀ ਹੈਰਾਨਗੀ ਜੀ ਹੋ ਰਹੀ ਹੈ ਕਿ ਜੋ ਸੁਣਦੇ ਸੀ ਰੱਬ ਕਦੀ ਮਿਲਣਾ ਹੀ ਨਹੀਂ, ਪਰ ਅੱਜ ਉਹ ਰੱਬ ਹਿਰਦੇ ਦੀ ਸੇਜਾ ਦੇ ਉੱਤੇ ਦੀਦਾਰ ਦੇ ਰਿਹਾ ਹੈ। ਗਲਵੱਕੜੀ ਵਿੱਚ ਲਿਆ ਹੋਇਆ ਉਸ ਨਜੀਵ ਰੂਪੀ ਇਸਤਰੀ ਨੂੰ, ਭਾਵ ਬਹੁਤ ਨੇੜਤਾ ਬਖਸ਼ ਦਿੱਤੀ ਹੈ। ਦੇਖੋ ਅਚਰਜ ਭਿਆ ਜਿਸ ਠਾਕੁਰ ਕੋ ਸੁਨਤ ਅਗਾਧ ਬੋਧ ਸੁਰਦੇ ਗੁਰਦਿਆ। ਜਿਸ ਪਰ ਪਰਮਾਤਮਾ ਨੂੰ ਸੁਣਦੇ ਸੀ ਵੀ ਮਨੁੱਖੀ ਪਹੁੰਚ ਤੋਂ ਬਾਹਰ ਹੈ, ਉਹ ਗੁਰੂ ਨੇ ਸਾਨੂੰ ਦਿਖਾ ਦਿੱਤਾ। ਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰਕੇ ਉਹ ਦਿਖਾ ਦਿੱਤੀ ਹੈ। ਹੈਰਾਨੀ ਦਾ ਕੌਤਕ ਵਰਤ ਗਿਆ। ਕਹਿੰਦੇ ਨੇ, ਮੈਂ ਬੜੇ ਹੋਰ ਹਾਰ ਸ਼ਿੰਗਾਰ ਕੀਤੇ ਪਰਮੇਸ਼ਰ ਨੂੰ ਮਿਲਣ ਲਈ, ਧਾਰਮਿਕ ਕਰਮ ਕੀਤੇ, ਅਨੇਕਾਂ ਕਰਮ ਕੀਤੇ, ਪਰ ਇਹਨਾਂ ਅਨੇਕਾਂ ਕਰਮਾਂ ਦੇ ਨਾਲ, ਬਾਹਰੀ ਹਾਰੀ ਸ਼ਿੰਗਾਰ ਦੇ ਨਾਲ, ਬਾਹਰਲੇ ਕਰਮਾਂ ਦੇ ਨਾਲ ਪਰਮੇਸ਼ਰ ਦਾ ਮਿਲਾਪ ਨਾ ਹੋਇਆ, ਪ੍ਰੀਤਮ ਦੇ ਮਿਲਾਪ ਦਾ ਆਨੰਦ ਨਾ ਮਿਲਿਆ। ਬਾਹਰਲੇ ਧਾਰਮਿਕ ਉਦਮ ਇਸ ਤਰ੍ਹਾਂ ਦੇ ਸਨ ਜਿਵੇਂ ਸਭ ਕੁਝ ਵਿਅਰਥ ਚਲਾ ਗਿਆ ਹੋਵੇ। ਪਰ ਜਦੋਂ ਹੁਣ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਨਾਲ ਮੈਨੂੰ ਜੀਵਨ ਦਾ ਮਾਰਗ ਮਿਲਿਆ ਹੈ, ਤਾਂ ਪ੍ਰੀਤਮ ਪ੍ਰਭੂ ਮੇਰੇ ਹਿਰਦੇ ਵਿੱਚ ਵਸ ਗਿਆ, ਉਹਦੇ ਗੁਣ ਮੇਰੇ ਹਿਰਦੇ ਵਿੱਚ ਵਸ ਗਏ ਹਨ।
ਪ੍ਰੀਤਮ ਦਾ ਵਸਣਾ ਕੀ ਹੈ? ਉਹਦੇ ਗੁਣਾਂ ਦਾ ਹਿਰਦੇ 'ਚ ਵਾਸਾ ਹੋਣਾ। ਸਾਰੇ ਗੁਣਾਂ ਦਾ ਹਾਰ ਮੈਂ ਆਪਣੇ ਗਲ ਵਿੱਚ ਪਾ ਲਿਆ। ਹੁਣ ਮੈਨੂੰ ਹੋਰ ਕਿਸੇ ਬਾਹਰੀ ਕਰਮਕਾਂਡ ਦੀ, ਸ਼ਿੰਗਾਰ ਦੀ ਲੋੜ ਨਹੀਂ ਹੈ, ਕਿਸੇ ਭੇਖ ਦੀ, ਕਿਸੇ ਹੋਰ ਦੀ ਲੋੜ ਨਹੀਂ, ਕਿਉਂਕਿ ਹੁਣ ਪ੍ਰੀਤਮ ਨੂੰ ਮਿਲ ਕੇ ਮੈਨੂੰ ਸੁੱਖ ਮਿਲ ਗਿਆ ਹੈ। ਹੁਣ ਫਿਰ ਪਾਤਸ਼ਾਹ ਜੀ ਨੇ ਅੱਗੇ ਢੰਗ ਦੱਸਿਆ ਵੀ ਪ੍ਰਭੂ ਦੇ ਨਾਲ ਪਿਆਰ, ਪ੍ਰਭੂ ਦੇ ਨਾਲ ਪ੍ਰੀਤ ਗੁਰੂ ਦੀ ਸ਼ਰਨ ਪੈ ਕੇ ਬਣ ਸਕਦੀ ਹੈ। ਕਹਿੰਦੇ ਇਹ ਗੱਲ ਤੁਸੀਂ ਆਪਣੇ ਮਨ ਵਿੱਚ ਵੀ ਵਿਚਾਰ ਕਰਕੇ ਵੇਖ ਲਓ, ਆਪਣੇ ਮਨ ਵਿੱਚ ਵੀ ਸੋਚ ਲਈਏ, ਆਪਣੇ ਮਨ 'ਚ ਝਾਤੀ ਮਾਰ ਕੇ ਦੇਖ ਲਈਏ। ਕਹਿੰਦੇ ਸਾਨੂੰ ਆਪਣੇ ਅੰਦਰ ਦੀ ਗੱਲ ਇਹ ਸਮਝ ਆ ਜਾਏਗੀ ਕਿ ਪ੍ਰਭੂ ਦੇ ਮੇਲ ਤੋਂ ਬਿਨਾਂ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜੀਵਨ ਦੇ ਵਿੱਚ ਦੁਨੀਆ ਦੇ ਪਦਾਰਥਾਂ ਦੇ ਨਾਲ ਰੱਬ ਨਹੀਂ ਮਿਲਦਾ, ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਦੇ ਨਾਲ ਮਿਲਾਪ, ਪਰਮੇਸ਼ਰ ਦੇ ਦੀ ਪ੍ਰਾਪਤੀ ਕੇਵਲ ਤਾਂ ਕੇਵਲ ਉਸ ਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਹੋ ਸਕਦੀ ਹੈ। ਤੇ ਗੁਰੂ ਦੀ ਸ਼ਬਦ ਰਾਹੀਂ ਹੀ ਜਦੋਂ ਉਸ ਨਾਲ ਮਿਲਾਪ ਹੁੰਦਾ ਫਿਰ ਸੁੱਖ ਮਿਲ ਜਾਂਦਾ ਹੈ। ਉਹ ਆਤਮਿਕ ਸੁੱਖ ਹੈ। ਜਦੋਂ ਆਤਮਿਕ ਸੁੱਖ ਮਿਲ ਗਿਆ ਫਿਰ ਬਾਹਰੀ ਸੁੱਖ ਵੀ ਮਿਲ ਗਿਆ। ਜਦੋਂ ਇਨਸਾਨ ਉਹਦੀ ਰਜ਼ਾ ਵਿੱਚ ਰਹਿਣ ਦੀ ਜਾਚ ਸਿੱਖ ਜਾਏ, ਜਿਸ ਤਰ੍ਹਾਂ ਦਾ ਹੈ, ਜੋ ਕੁਝ ਹੈ ਉਹਨੂੰ ਪ੍ਰਵਾਨ ਕਰ ਲਵੇ, ਤਾਂ ਫਿਰ ਉਹਨੂੰ ਜ਼ਿੰਦਗੀ ਉਹਦੇ ਵਿੱਚ ਕਦੀ ਦੁੱਖ ਵਿਆਪਦਾ ਹੀ ਨਹੀਂ, ਕਦੀ ਉਲਾਂਭਾ ਆਉਂਦਾ ਹੀ ਨਹੀਂ, ਕਦੀ ਚਿੰਤਾ ਫਿਕਰ ਵਿਆਪਦਾ ਹੀ ਨਹੀਂ। ਉਹਨੂੰ ਪਤਾ ਕਰਤਾ ਮੇਰਾ ਸਭ ਕੁਝ ਕਰ ਰਿਹਾ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਭਾਂਡੇ ਦੇਖ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ, ਨਾਮ ਪੜ੍ਹ, ਨਾਮ ਸੁਣ, ਨਾਮ ਦੀ ਵਿਚਾਰ ਕਰ, ਪ੍ਰਭੂ ਦੇ ਨਾਲ ਪਿਆਰ ਪਾ, ਰਸਨਾ ਤੋਂ ਪ੍ਰਭੂ ਦਾ ਨਾਮ ਜਪ, ਪ੍ਰਭੂ ਨੂੰ ਸਿਮਰ। ਕਿਉਂਕਿ ਜਦੋਂ ਤੂੰ ਆਪਣੇ ਨਾਮ ਨੂੰ, ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਵੇਂਗਾ ਤਾਂ ਫਿਰ ਤੇਰੇ ਅੰਦਰੋਂ ਹਉਮੈ ਦਾ ਪਰਦਾ ਮੁੱਕ ਜਾਏਗਾ। ਅੱਜ ਗੁਰੂ ਪਾਤਸ਼ਾਹ ਜੀ ਨੇ ਉਸ ਤੋਂ ਅੱਗੇ ਜੋ 52ਵੀਂ ਪੌੜੀ ਹੈ ਉਹਦੇ ਵਿੱਚ ਵੀ ਇਸੇ ਲੜੀ ਨੂੰ ਅੱਗੇ ਤੋਰਿਆ ਹੈ। ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗ ਧਾਰ, ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਐ, ਜਿਉ ਭਾਵੀ ਤਿਉ ਸਾਰ, ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ, ਮਨਮੁਖ ਭੂਲੇ ਪਚ ਮੁਏ, ਉਭਰੇ ਗੁਰ ਵਿਚਾਰ, ਜੇ ਪੁਰਖ ਨਦਰ ਨ ਆਵਈ, ਤਿਸਕਾ ਕਿਆ ਕਰ ਕਿਹਾ ਜਾਏ, ਬਲਿਹਾਰੀ ਗੁਰ ਆਪਣੇ, ਜਨ ਹਿਰਦੇ ਦਿੱਤਾ ਦਿਖਾਏ, ਜੇ ਪੁਰਖ ਨਦਰ ਨ ਆਵਈ, ਤਿਸਕਾ ਕਿਆ ਕਰ ਕਿਹਾ ਜਾਏ, ਬਲਿਹਾਰੀ ਗੁਰ ਆਪਣੇ, ਜਨ ਹਿਰਦੇ ਦਿੱਤਾ ਦਿਖਾਏ। ਓਂਕਾਰ ਬਾਣੀ ਦੀ 52ਵੀਂ ਪੌੜੀ ਦੀ ਪਹਿਲੀ ਪੰਕਤੀ ਬੜਾ ਹੀ ਗੁੱਝਾ ਭੇਦ ਛੁਪਾ ਕੇ ਬੈਠੀ ਹੋਈ ਹੈ। ਆਮ ਤੌਰ ਤੇ ਇਹ ਪੰਕਤੀ ਇਸਤੇਮਾਲ ਕੀਤੀ ਜਾਂਦੀ ਹੈ, ਆਮ ਗੱਲਬਾਤ ਵਿੱਚ ਵੀ ਇਹ ਪੰਕਤੀ ਨੂੰ ਪੜ੍ਹਿਆ ਜਾਂਦਾ, ਵਿਚਾਰਿਆ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਨੇ ਅੱਜ ਦੀ ਇਸ ਪੌੜੀ 'ਚ ਜੋ ਵਿਚਾਰ ਦਿੱਤੇ ਹਨ, ਕਹਿੰਦੇ ਨੇ ਭਾਂਡੇ ਲੇਖ ਹੈ ਕੀਤੇ ਕਰਮਾਂ ਅਨੁਸਾਰ ਮਨ ਵਿੱਚ ਬਣੇ ਹੋਏ ਸੰਸਕਾਰ, ਹਉਮੈ ਦਾ ਲੇਖ, ਜੋ ਜਿਸ ਕਰਕੇ ਸਾਡਾ ਉਸ ਜੀਵ ਪਰਮੇਸ਼ਰ ਨਾਲੋਂ ਵਿਛੋੜਾ ਹੋਇਆ, ਉਹ ਹਉਮੈ ਦਾ ਲੇਖ ਨਾ ਮਿਟਈ, ਮਿਟਦਾ ਨਹੀਂ। ਭਾਵ ਕਿ ਆਪਣੀ ਸਿਆਣਪ ਨਾਲ, ਆਪਣੀ ਚਲਾਕੀ ਨਾਲ, ਆਪਣੀ ਚਤੁਰਾਈ ਨਾਲ, ਸਿਆਣਪ ਨਾਲ ਮਨੁੱਖ ਇਸ ਹਉਮੈ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਜੋ ਲਿਖਿਆ ਕਰਤਾਰ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ
करतार ने जो मर्यादा बनाई है। तो सतगुरु जी ने अज इस पहली पंक्ति च समझण दे लई सानू एक हौमे दा संग पूरा गल समझनी पैंदी है, एक सानू कर्मां दी फिलासफी भी समझनी पैंदी है। ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਤੇ ਇਹ ਕਹਿ ਦਿੰਦੇ ਹਾਂ ਜੇ ਸਾਡੇ ਕਰਨਾ ਹੋਣਾ ਹੀ ਕੁਝ ਨਹੀਂ, ਫਿਰ ਅਸੀਂ ਕਰਮ ਕਿਉਂ ਕਰੀਏ, ਜੇ ਲੇਖ ਮਿਟਣੀ ਨਹੀਂ ਫਿਰ ਗੁਰਦੁਆਰੇ ਕਿਉਂ ਜਾਈਏ, ਪਾਠ ਕਿਉਂ ਕਰੀਏ, ਬਾਣੀ ਕਿਉਂ ਪੜ੍ਹੀਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਈ ਹੇ ਸਖੀ ਹੇ ਸਹੇਲੀ, ਸਾਡੇ ਕਰਮਾਂ ਕੀਤੇ ਕਰਮਾਂ ਅਨੁਸਾਰ ਦੇਖਣਾ ਮਿਟੇ ਹੀ ਹੇ ਸਖੀ। ਜੋ ਲੇਖ ਕਰਤਾਰ ਨੇ ਸਾਡੇ ਮਸਤਕ ਦੇ ਉੱਤੇ ਲਿਖ ਦਿੱਤੇ ਹਨ, ਉਹ ਸਾਡੀ ਆਪਣੀ ਚਤੁਰਾਈ ਨਾਲ, ਆਪਣੀ ਸਿਆਣਪ ਦੇ ਨਾਲ ਨਹੀਂ ਮਿਟ ਸਕਦੇ। ਆਪਣੀ ਹਿੰਮਤ ਨਾਲ, ਆਪਣੀ ਚਤੁਰਾਈ ਨਾਲ, ਆਪਣੀਆਂ ਸਿਆਣਪਾਂ ਨਾਲ, ਦੌਲਤ ਨਾਲ ਜਾਂ ਹੋਰ ਕਿਸੇ ਨਾਲ ਉਹ ਲੇਖ ਨਹੀਂ ਮਿਟ ਸਕਦਾ। ਲੇਖ ਮਿਟਦਾ ਹੈ, ਅੱਗੇ ਨਾਲ ਹੀ ਗੱਲ ਕਰ ਦਿੱਤੀ ਵੀ ਲੇਖ ਮਿਟਦਾ ਹੈ। ਕਦੋਂ ਮਿਟਦਾ ਹੈ? ਆਪੇ ਕਾਰਨ ਜਿਨ ਕੀਆ, ਵੀ ਜਿਸ ਪਰਮਾਤਮਾ ਨੇ, ਜਿਸ ਵਾਹਿਗੁਰੂ ਨੇ ਇਸ ਹਉਮੈ ਦਾ ਲੇਖ ਦਾ ਇੱਕ ਕਾਰਨ ਭਾਵ ਸਬੱਬ ਬਣਾਇਆ, ਜਿਹਨੇ ਇਹ ਲੇਖ ਲਿਖੇ ਹਨ, ਜਿਸ ਨੇ ਸਾਡਾ ਉਹਦੇ ਨਾਲ ਵਿਛੋੜਾ ਕੀਤਾ ਇਸ ਹਉਮੈ ਦੇ ਲੇਖਾਂ ਕਰਕੇ। ਆਪੇ ਕਾਰਨ ਜਿਨ ਕੀਆ, ਕਰ ਕਿਰਪਾ, ਜਦੋਂ ਕਿਰਪਾ ਕਰਕੇ। ਪੱਗ ਧਾਰ ਦਾ ਅਰਥ ਹੁੰਦਾ ਹੈ ਪੈਰ ਰੱਖਣੇ, ਹਿਰਦੇ ਵਿੱਚ ਚਰਨ ਪੈਰ ਰੱਖਣੇ, ਆਪਣੇ ਪੈਰ ਟਿਕਾਉਣੇ, ਭਾਵ ਆਪਣੇ ਉਪਦੇਸ਼, ਆਪਣੀ ਸਿੱਖਿਆ ਸਾਡੇ ਹਿਰਦੇ 'ਚ ਵਸਾ ਦੇਣੀ। ਭਾਵ ਜਦੋਂ ਹਿਰਦੇ ਵਿੱਚ ਆ ਕੇ ਵਸ ਜਾਵੇ, ਜਦੋਂ ਮਿਹਰ ਦੇ ਨਾਲ ਸਾਡੇ ਹਿਰਦੇ 'ਚ ਆ ਕੇ ਵਸ ਜਾਏ, ਤਾਂ ਫਿਰ ਇਹ ਲੇਖ ਜਿਹੜੇ ਹਨ ਇਹ ਸਖੀ ਇਹ ਬਦਲ ਜਾਂਦੇ ਹਨ। ਆਪਣੀ ਚਤੁਰਾਈ ਦੇ ਨਾਲ ਨਹੀਂ ਬਦਲਦੇ, ਉਸ ਪਰਮੇਸ਼ਰ ਦੀ ਨਜ਼ਰ ਨਾਲ, ਕਿਰਪਾ ਨਾਲ, ਬਖਸ਼ਿਸ਼ ਨਾਲ ਬਦਲਦੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਭਾਂਡੇ ਇਸ ਸੰਸਾਰ ਦੀ ਉਪਜ ਕੀ ਹੈ? ਪ੍ਰਭੂ ਨਾਲੋਂ ਜੀਵ ਦਾ ਵਿਛੜ ਜਾਣਾ। ਜਦੋਂ ਬਾਲਕ ਜਨਮ ਲੈਂਦਾ ਹੈ ਤਾਂ ਆਰੰਭ ਵਿੱਚ ਉਹ ਆਪਣੇ ਆਪ ਨੂੰ ਪ੍ਰਭੂ ਦੇ ਨਾਲ ਇੱਕ ਮਿਕ ਜਿਹਾ ਮਹਿਸੂਸ ਕਰਦਾ ਹੈ, ਪਰ ਜਿਵੇਂ ਜਿਵੇਂ ਬਾਲਕ ਦੀ ਚੇਤਨਾ ਵੱਧਦੀ ਹੈ, ਫਿਰ ਵਖਰੇਵਾਂ, ਵੱਖਰਾਪਨ, ਅੱਡਰਾਪਨ, ਮੇਰ ਤੇਰ ਸ਼ੁਰੂ ਹੋ ਜਾਂਦੀ ਹੈ। ਉਹ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਕੁਝ ਹੋਰ ਹਾਂ, ਇਹ ਮੇਰਾ ਹੈ, ਇਹ ਉਸਦਾ ਹੈ। ਜਦੋਂ ਇਹ ਮੇਰ ਤੇਰ ਦਾ, ਹੋਂ ਤੇ ਮੈਂ ਦਾ, ਤੇ ਮੈਂ ਹੀ ਹਾਂ ਬਸ, ਜਦੋਂ ਇਹ ਮੇਰ ਤੇਰ ਦਾ, ਹੋਂ ਤੇ ਮੈਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ, ਕਾਇਮ ਹੋ ਜਾਏ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਹਉਮੈ ਦਾ ਕੰਡਾ ਇਹਦੇ ਅੰਦਰ ਬੀਜਿਆ ਗਿਆ ਹੈ। ਇਹ ਹਉਮੈ ਦਾ ਕੰਡਾ ਬੀਜਿਆ ਗਿਆ ਹੈ। ਇਹ ਮੇਰ ਤੇਰ ਦਾ ਜਿਹੜਾ ਫਿਰ ਜਜ਼ਬਾ ਅੱਗੇ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ। ਮੇਰ ਤੇਰ ਦਾ ਇਹ ਜਜ਼ਬਾ ਅੱਗੇ ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ। ਇਹ ਤ੍ਰਿਸ਼ਨਾ ਦੀ ਅੱਗ ਕਰਕੇ ਜੋ ਹਉਮੈ ਵਿੱਚੋਂ ਪੈਦਾ ਹੁੰਦੀ ਹੈ, ਮੇਰ ਤੇਰ ਵਿੱਚੋਂ ਜੋ ਪੈਦਾ ਹੁੰਦੀ ਹੈ, ਹਉਮੈ ਦੀ ਅੱਗ ਹੈ। ਇਹਦੇ ਕਰਕੇ ਇਹ ਜੀਵ ਫਿਰ ਤਪਦਾ ਰਹਿੰਦਾ ਹੈ ਤੇ ਦੁਖੀ ਹੁੰਦਾ ਹੈ। ਸਾਰੀ ਜ਼ਿੰਦਗੀ ਜਿਹੜੀ ਇਹਦੀ ਦੁੱਖਾਂ ਦੇ ਵਿੱਚ ਹੀ ਬੀਤ ਜਾਂਦੀ ਹੈ। ਔਰ ਇਸ ਹੋਂ ਤੇ ਮੈਂ ਕਰਕੇ ਹੀ ਇਹਦੇ ਜੀਵਨ ਵਿੱਚ ਅਸ਼ਾਂਤੀ, ਚਿੰਤਾ ਤੇ ਸ਼ਾਂਤੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਇਸ ਤਰ੍ਹਾਂ ਸਾਰੀ ਉਮਰ ਹੀ, ਪੂਰੀ ਦੀ ਪੂਰੀ ਉਮਰ ਦੀ ਜਿਹੜੀ ਹੈ ਮਨੁੱਖ ਦੀ, ਉਹ ਇਹਦੇ 'ਚ ਗ੍ਰਸਤ ਹੋਇਆ ਹੀ ਗੁਜ਼ਰ ਜਾਂਦੀ ਹੈ। ਫਿਰ ਮਨੁੱਖ ਮਰਦਾ ਹੈ ਤੇ ਜੰਮਦਾ ਹੈ, ਮੁੜ ਮਰਦਾ ਹੈ, ਮੁੜ ਜੰਮਦਾ ਹੈ। ਤੇ ਉਹ ਜਿਹੜੇ ਸੰਸਕਾਰ ਹਨ, ਕੀਤੇ ਹੋਏ ਸੰਸਕਾਰ, ਉਹ ਨਾਲ ਆਉਂਦੇ ਹਨ। ਤਾਂ ਗੁਰੂ ਪਾਤਸ਼ਾਹ ਜੀ ਨੇ ਬਹੁਤ ਹੀ ਡੂੰਘੇ ਅੱਜ ਦੇ ਇਹ ਵਿਚਾਰ ਇਸ ਪੌੜੀ ਲਈ ਸਾਨੂੰ ਦੱਸੇ ਹਨ। ਇਹਨੂੰ ਸਮਝਣ ਦੇ ਲਈ ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਾਨੂੰ ਕਰਮ ਫਿਲਾਸਫੀ ਦਾ, ਕਰਮ ਸਿਧਾਂਤ ਦਾ ਪਤਾ ਹੋਣਾ ਚਾਹੀਦਾ ਹੈ। ਹਉਮੈ ਦਾ ਪੂਰਾ ਡੀਪਲੀ ਪਤਾ ਹੋਣਾ ਚਾਹੀਦਾ ਹੈ।
ਨਹੀਂ ਤਾਂ ਅਸੀਂ ਵੀ ਕਹਾਂਗੇ ਜੇ ਰੱਬ ਨੇ ਜੋ ਲਿਖਤਾ ਠੀਕ ਹੈ, ਆਪਾਂ ਨੂੰ ਕੀ ਲੋੜ ਹੈ ਕੋਈ ਉਦਮ ਕਰਨ ਦੀ, ਕੀ ਲੋੜ ਹੈ ਪਾਠ ਕਰਨ ਦੀ, ਕੀ ਲੋੜ ਹੈ ਬੰਦਗੀ ਕਰਨ ਦੀ। ਨਹੀਂ ਤਾਂ ਇਹ ਸਾਡੀ ਗੱਲ ਵੀ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਤੇ ਸਤਿਗੁਰੂ ਕਹਿੰਦੇ ਪੰਡਿਤ ਦੇਖ, ਇਹ ਫਿਰ ਜਨਮ ਮਰਨ ਦਾ ਸਿਲਸਿਲਾ ਇਸੇ ਤਰ੍ਹਾਂ ਤੁਰਿਆ ਰਹਿੰਦਾ, ਚੱਲਦਾ ਹੀ ਰਹਿੰਦਾ। ਇਹ ਕੀਤੇ ਹੋਏ ਕਰਮਾਂ ਅਨੁਸਾਰ ਹੋਮੇ ਦਾ ਲੇਖ ਜੋ ਕਰਤਾਰ ਨੇ, ਮਾਲਕ ਨੇ, ਗੋਪਾਲ ਨੇ ਸਾਡੇ ਮੱਥੇ ਤੇ ਲਿਖ ਦਿੱਤਾ ਹੈ, ਇਹ ਫਿਰ ਸਾਡੀ ਆਪਣੀ ਚਤੁਰਾਈ ਜਾਂ ਸਿਆਣਪ ਦੇ ਨਾਲ ਨਹੀਂ ਮਿਟਣਾ। ਹਾਂ, ਇਹ ਮਿਟਦਾ ਹੈ ਜਦੋਂ ਸਿਆਣਪ ਤਿਆਗ ਕੇ, ਆਪਾ ਭਾਵ ਛੱਡ ਕੇ, ਆਪਾ ਭਾਵ ਗਵਾ ਕੇ, ਨਿਮਾਣਾ ਬਣ ਕੇ ਗੁਰੂ ਦੀ ਸ਼ਰਨ ਵਿੱਚ ਜਾਈਏ। ਸਤਿਗੁਰ ਦੇ ਸ਼ਬਦ ਦੀ ਰਾਹੀਂ ਇਸ ਹਉਮੈ ਦੇ ਰੋਗ ਤੋਂ ਫਿਰ ਬਚ ਜਾਈਦਾ ਹੈ। ਸਤਿਗੁਰ ਦੀ ਸ਼ਬਦ ਦੀ ਰਾਹੀਂ ਇਸ ਹਉਮੈ ਦੇ ਰੋਗ ਤੋਂ ਬਚ ਜਾਈਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਗੁਰੂ ਅਮਰਦਾਸ ਮਹਾਰਾਜ ਦਾ ਬੜਾ ਹੰਸਰਾਗ ਦੇ ਵਿੱਚ ਬਚਨ ਹੈ ਵੀ ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਫਿਰ ਕਹਿੰਦੇ ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ, ਨਾਨਕ ਗੁਰ ਪ੍ਰਸਾਦੀ ਉਭਰੇ, ਹਉਮੈ ਸ਼ਬਦ ਚਲਾਏ। ਤੇ ਗੁਰੂ ਦੀ ਕਿਰਪਾ ਦੇ ਨਾਲ, ਸ਼ਬਦ ਦੀ ਸਮਝ ਨਾਲ, ਸ਼ਬਦ ਦੀ ਸੂਝ ਨਾਲ ਇਹ ਹਉਮੈ ਸੜਦੀ ਹੈ। ਜਦ ਤੱਕ ਇਹ ਸਮਝ ਹੀ ਨਹੀਂ ਆਉਂਦੀ ਉਦੋਂ ਤੱਕ ਗੱਲ ਬਣਨੀ ਨਹੀਂ। ਹਉਮੈ ਬੁੱਝੇ ਤਾਂ ਦਰ ਸੂਝੇ ਦੀ ਕਹਾਣੀ ਸਮਝ ਆਉਣੀ ਚਾਹੀਦੀ ਹੈ ਵੀ ਹਉਮੈ ਦੀ ਸਮਝ ਆਵੇ। ਜੀਵ ਸਾਰੀ ਅੰਦਰ ਜ਼ਿੰਦਗੀ ਜਿਹੜੀ ਹੈ ਉਹ ਆਪਣੀ ਇਸੇ ਕੰਮ 'ਚ ਹੀ ਬਿਤਾ ਲੈਂਦਾ, ਪਰ ਉਹਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ। ਦੁਨੀਆਦਾਰਾਂ ਵਾਂਗ ਉਹ ਵੀ ਆਪਣੀ ਜ਼ਿੰਦਗੀ ਜੀ ਜਿਉਂਦਾ, ਜਿਵੇਂ ਦੁਨੀਆ ਦੀ ਜ਼ਿੰਦਗੀ ਜਿਉਂਦੀ ਹੈ, ਮਨੁੱਖ ਵੀ ਉਵੇਂ ਜ਼ਿੰਦਗੀ ਜੀ ਜਾਂਦਾ ਹੈ। ਮਨੁੱਖ ਦੀ ਕਹਾਣੀ ਵੀ ਇਹੋ ਜਿਹੀ ਹੈ ਵੀ ਦੁਨੀਆ ਵਾਲੀ ਹਉਮੈ ਦੀ ਗੰਢ ਆਪਣੇ ਸਿਰ ਤੇ ਚੁੱਕੀ ਹੋਈ ਹੈ, ਤੇ ਸਿਰ ਤੇ ਚੁੱਕ ਕੇ ਇੱਕ ਮੋਹ ਦੀ ਪਕੜ ਦੀ, ਦੁਨੀਆ ਦੀ ਪਕੜ ਦੀ, ਆਪਣੇ ਹੰਕਾਰ ਦੀ ਗੰਢ ਨੂੰ ਕਹਿੰਦੇ ਨੇ ਛੱਡਦਾ ਨਹੀਂ। ਕੋਈ ਸੌਖੀ ਕੰਮ ਤਾਂ ਹੈ ਨਹੀਂ, ਦੁਨੀਆ ਵਾਂਗੂ ਤੁਰਿਆ ਜਾਂਦਾ। ਇਹ ਜਿਹੜੀ ਪਰਮੇਸ਼ਰ ਦੀ ਦਰ ਦੀ ਫਕੀਰੀ ਹੈ ਨਾ, ਇਹ ਬੜੀ ਔਖੀ ਹੈ, ਇਹ ਕਾਰ ਵੀ ਬੜੀ ਔਖੀ ਹੈ। ਦੁਨੀਆ ਵਾਲੀ ਜੇ ਮਰਿਆਦਾ ਵਾਂਗ ਚੱਲਾਂਗੇ ਤਾਂ ਇਹ ਕਹਾਣੀ ਜਿਹੜੀ ਹੈ ਸਮਝ ਨਹੀਂ ਆਏਗੀ। ਜਦੋਂ ਸ਼ੇਖ ਫਰੀਦ ਜੀ ਦੇ ਸਲੋਕ ਪੜ੍ਹਦੇ ਆ ਨਾ, ਲੜੀ ਸਲੋਕਾਂ ਦੀ ਚਲਦੀ ਆਉਂਦੀ ਹੈ, ਤਾਂ ਉੱਥੇ ਕਹਿੰਦੇ ਫਰੀਦਾ ਦਰ ਦਰ ਵੇਸ਼ੀ ਗਾਖੜੀ, ਚੱਲਣਾ ਦੁਨੀਆ ਭੱਤ। ਦਰਦ ਫਰੀਦਾ ਦਰ ਦਰ ਵੇਸ਼ੀ ਗਾਖੜੀ, ਚੱਲਣਾ ਦੁਨੀਆ ਭੱਤ। ਕਹਿੰਦੇ ਮੈਂ ਵੀ ਦੁਨੀਆ ਵਾਂਗੂ, ਦੁਨੀਆਦਾਰਾਂ ਵਾਂਗੂ ਤੁਰੀ ਜਾ ਰਿਹਾ, ਜਿਵੇਂ ਦੁਨੀਆ ਤੁਰੀ ਜਾਂਦੀ ਹੈ ਮੈਂ ਵੀ ਤੁਰੀ ਜਾ ਰਿਹਾ। ਕਹਿੰਦੇ ਨੇ ਮੇਰਾ ਹਾਲਤ ਵੀ ਇਹੀ ਹੈ ਵੀ ਮੈਂ ਵੀ ਦੁਨੀਆ ਵਾਂਗੂ, ਦੁਨੀਆਦਾਰਾਂ ਦੇ ਵਾਂਗੂ ਹੀ ਤੁਰਿਆ ਜਾ ਰਿਹਾ ਹਾਂ। ਦੇਖਣ ਨੂੰ ਤਾਂ ਦੁਨੀਆ ਬੜੀ ਗੁਲਜ਼ਾਰ ਜਾਪਦੀ ਹੈ, ਬੜੀ ਖੜੀ ਹੋਈ ਬਗੀਚੀ ਜਾਪਦੀ ਹੈ, ਪਰ ਇਹਦੇ ਅੰਦਰ ਜਿਹੜੀ ਸਾਡੀ ਪਕੜ ਹੈ, ਹਉਮੈ ਕਰਕੇ ਪਕੜ ਬਣੀ ਹੈ, ਮੋਹ ਦੀ, ਤ੍ਰਿਸ਼ਨਾ ਦੀ, ਇਹ ਬੜੀ ਲੁਕਵੀਂ ਜੀ ਅੱਗ ਹੈ। ਤੇ ਇਹ ਦਰਵੇਸ਼ੀ ਹੈਗੀ ਗਾਖੜੀ। ਜਦੋਂ ਦੁਨੀਆਦਾਰ ਵਾਂਗੂ ਤੂੰ ਵੀ ਇਹ ਮੋਹ ਦੀ ਪੰਡ ਚੁੱਕ ਕੇ ਸਿਰ ਦੇ ਉੱਤੇ ਜੋ ਹਉਮੈ ਦੇ ਕਰਕੇ ਬਣੀ ਹੈ ਤੁਰਿਆ ਜਾਏਗਾ, ਤੇ ਤੇਰੇ ਇਹ ਲੇਖ ਮਿਟਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਫਰੀਦ ਜੀ ਕਹਿੰਦੇ ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਣਾ ਦੁਨੀਆ ਭੱਤ, ਬਨ ਉਠਾਈ ਪੋਟਲੀ, ਕਿੱਥੇ ਵੰਝਾਂ ਘੱਤ। ਦੱਸੋ ਵੀ ਪੋਟਲੀ ਸਿਰ ਤੇ ਚੁੱਕੀ ਹੋਈ ਹੈ, ਦੁਨੀਆਦਾਰ ਵਾਂਗੂ ਤੁਰਿਆ ਜਾ ਰਿਹਾ। ਫਿਰ ਕਹਿੰਦੇ ਗੱਲ ਸੁਣ, ਕਿਜ ਨਾ ਬੁੱਝੈ ਕਿਜ ਨਾ ਸੁੱਝੇ, ਦੁਨੀਆ ਗੁੱਝੀ ਭਾ। ਦੁਨੀਆ ਤਾਂ ਸ਼ੁਕਮੀ ਅੱਗ ਹੈ, ਇਹ 'ਚ ਹਉਮੈ ਦੀ ਅੱਗ ਬਲਦੀ ਹੈ, ਤ੍ਰਿਸ਼ਨਾ ਦੀ ਅੱਗ ਬਲਦੀ ਹੈ। ਕਹਿੰਦੇ ਸਾਈਂ ਮੇਰਾ ਚੰਗਾ ਕੀਤਾ, ਨਾ ਹੀ ਤਾਂ ਹਮ ਵੀ ਥੰਝਾ ਹੈ। ਕਹਿੰਦੇ ਮੈਂ ਵੀ ਸੜ ਜਾਣਾ ਸੀ ਇਹਦੇ ਵਿੱਚ, ਇਹ ਤਾਂ ਮੇਰੇ ਸਾਈਂ ਨੇ ਮੈਨੂੰ ਬਚਾ ਲਿਆ। ਇਹਦਾ ਮਤਲਬ ਇਹ ਹੈ ਅੱਗ ਬਲਦੀ ਹੈ, ਉਹ ਸਾਡੇ ਕਰਮਾਂ ਅਨੁਸਾਰ, ਕੀਤੇ ਹੋਏ ਕਰਮਾਂ ਅਨੁਸਾਰ। ਪਰ ਇਸ ਅੱਗ ਤੋਂ ਬਚਣ ਦਾ ਢੰਗ ਇਹ ਹੈ ਵੀ ਜੇ ਸਾਈਂ ਦੇ ਸ਼ਰਨ ਵਿੱਚ ਪੈ ਜਾਈਏ, ਸਾਈਂ ਦੇ ਦਰ ਤੇ ਜਾਈਏ, ਆਪਣੀ ਚਲਾਕੀ ਛੱਡੀਏ, ਆਪਣੀ ਹਉਮੈ ਛੱਡੀਏ। ਅਗਲੀ ਗੱਲ ਫਿਰ ਫਰੀਦ ਜੀ ਕਹਿੰਦੇ, ਬਾਬਾ ਜੀ ਕਹਿੰਦੇ ਫਰੀਦਾ ਜੇ ਜਾਣਾ ਤਿਲ ਥੋੜੇ, ਸੰਭਲ ਬੁੱਕ ਭਰੀ। ਵੀ ਮੈਨੂੰ ਪਹਿਲਾਂ ਇਹ ਖਿਆਲ ਰੱਖਿਆ ਵੀ ਜ਼ਿੰਦਗੀ ਬਹੁਤ ਲੰਬੀ ਨਹੀਂ ਹੈ। ਐਵੇਂ ਨਾ ਕਿਤੇ ਇਹ ਖਿਆਲ ਰੱਖੀ ਵੀ ਕਿਤੇ ਜ਼ਿੰਦਗੀ ਅਜੇ ਬਾਅਦ 'ਚ ਕਰ ਲਾਂਗੇ। ਕਹਿੰਦੇ ਇਹਦਾ ਕੁਛ ਭਰੋਸਾ ਨਹੀਂ ਹੈ, ਇਹ ਥੋੜੇ ਦਿਨ ਹਨ, ਥੋੜੇ ਸਵਾਸ ਹਨ, ਤਿਲ ਥੋੜੇ ਜਿਹੇ ਸਵਾਸ ਹਨ।
ਤੇ ਕਹਿੰਦੇ ਨੇ ਸਮਝ ਕੇ ਵਰਤ, ਸੰਭਲ ਬੁੱਕ ਵਰਤ, ਸਮਝ ਕੇ ਵਰਤ। ਐਵੇਂ ਨਾ ਜਾਈ ਸੁੱਟੀ ਜਾ, ਐਵੇਂ ਨਾ ਜਾਈ ਗਵਾਈ ਜਾ। ਵੀ ਜਦੋਂ ਇਹ ਜੀਵਨ ਦੇ ਸਵਾਸਾਂ ਦੀ ਪੂੰਜੀ ਛੋਟੀ ਹੈ ਤੇ ਇਹਦੀ ਵਰਤੋਂ ਠੀਕ ਢੰਗ ਨਾਲ ਕਰ, ਵੀ ਜਿਹਦੇ ਨਾਲ ਹਉਮੈ ਮਿਟ ਜਾਏ, ਜਿਹਦੇ ਨਾਲ ਹੰਕਾਰ ਮਿਟ ਜਾਏ, ਪਰ ਹੁੰਦਾ ਨਹੀਂ। ਕਹਿੰਦੇ ਸਤਿਗੁਰੂ ਜੀ ਪਾਤਸ਼ਾਹ ਜੀ ਫਿਰ ਅੱਗੇ ਕਹਿੰਦੇ ਨੇ, ਜੇ ਮੈਨੂੰ ਪਤਾ ਹੋਵੇ ਨਾ, ਜੇ ਜਾਣਾ ਸ਼ੌ ਨੱਢੜਾ ਤਾਂ ਥੋੜਾ ਮਾਨ ਕਰੀ। ਵੀ ਜੇ ਮੇਰਾ ਪਿਆਰਾ ਇੱਕ ਬਾਲ ਸੁਭਾਅ ਨੂੰ ਪਿਆਰ ਕਰਦਾ, ਜਿਹਦੇ ਚ ਕੋਈ ਮੇਰ ਤੇਰ ਨਹੀਂ, ਜਿਹਦੇ ਚ ਹਉਮੈ ਨਹੀਂ, ਹੰਕਾਰ ਨਹੀਂ, ਜਿਹਦੇ ਚ ਅੱਗ ਨਹੀਂ ਤੇ ਗੁੱਝੀ ਭਾ ਨਹੀਂ, ਮੈਨੂੰ ਪਤਾ ਹੋਵੇ ਜੇ ਮੇਰਾ ਪਿਆਰਾ ਇਸ ਸੁਭਾਅ ਨੂੰ ਪਿਆਰ ਕਰਦਾ, ਇਸ ਸੁਭਾਅ ਕਰਕੇ ਮੇਰੇ ਲੇਖਾਂ ਨੂੰ ਬਦਲ ਦੇਵੇਗਾ, ਤਾਂ ਫਿਰ ਮੈਂ ਕਿਉਂ ਇਹ ਕੰਮ ਨਾ ਕੀਤਾ, ਕਿਉਂ ਨਾ ਮੈਨੂੰ ਇਹ ਯਾਦ ਆਈ, ਕਿਉਂ ਨਾ ਸੰਭਾਲ ਕੀਤੀ। ਵੀ ਇਹ ਨੱਢਾ ਸੁਭਾਅ ਬਣਾਉਣਾ ਪਏਗਾ, ਛੋਟੇ ਜਿਹੇ ਬਾਲ ਵਰਗਾ, ਜਿੱਥੇ ਕੋਈ ਚਲਾਕੀ ਨਹੀਂ ਹੈ, ਜਿੱਥੇ ਕੋਈ ਅਚਤਰਾਈ ਨਹੀਂ ਹੈ, ਬਸ ਬਾਲਕ ਵਰਗਾ ਸੁਭਾਅ ਬਣਾ। ਜਿੱਥੇ ਆਪਣੀ ਆ ਗਈ, ਹੋਂ ਆ ਗਈ ਤੇ ਮੈਂ ਆ ਗਈ, ਉੱਥੇ ਕਹਾਣੀ ਨਹੀਂ ਚੱਲਣਾ। ਦੇਖੋ ਜਦੋਂ ਬਾਲਕ ਬਹੁਤ ਛੋਟਾ ਹੁੰਦਾ ਨਾ, ਉਹਨੂੰ ਥੋੜੀ ਜਿਹੀ ਚੇਤਨਾ ਆਉਂਦੀ ਹੈ, ਤੇ ਜਿਹੜਾ ਵੀ ਬਾਹਾਂ ਲਾਰਦਾ ਉਹਦੇ ਅੱਗੇ, ਉਹਦੇ ਵੱਲ ਨੂੰ ਹੋ ਜਾਂਦਾ। ਉਹਨੂੰ ਨਹੀਂ ਪਤਾ ਕੌਣ ਹੈ, ਮੇਰਾ ਕੀ ਹੈ ਕੀ ਨਹੀਂ, ਕੁਛ ਨਹੀਂ। ਬਸ ਉਹ ਬੁੱਧੀ ਹੈ ਜਿਹੜੀ ਹਉਮੈ ਦੀਆਂ ਗੰਢਾਂ ਨੂੰ ਤੋੜਦੀ ਹੈ, ਜਿਹੜੇ ਹਉਮੈ ਦੇ ਲੇਖਾਂ ਨੂੰ ਮਿਟਾਉਂਦੀ ਹੈ। ਮੇਰ ਤੇਰ ਦੀ ਜਦੋਂ ਬਣ ਜਾਂਦੀ ਹੈ, ਉਦੋਂ ਫਿਰ ਸਾਡੇ ਉਹੀ ਲੇਖ ਲਿਖੇ ਜਾਂਦੇ ਨੇ। ਤਾਂ ਸਾਹਿਬ ਜੀ ਕਹਿੰਦੇ, ਦੇਖੋ ਇਹ ਸ਼ੇਖ ਫਰੀਦ ਜੀ ਕਹਿੰਦੇ ਨੇ ਵੀ ਦੇਖੋ, ਇਹ ਮੈਨੂੰ ਜੇ ਪਤਾ ਹੋਵੇ ਕਿ ਰੱਬ ਜਿਹੜਾ ਹੈ, ਜੇ ਮੈਂ ਗੱਲ ਦੀ ਸਮਝ ਲੈਂਦਾ ਤਾਂ ਮੈਨੂੰ ਇਹ ਗੱਲ ਸਮਝ ਆ ਜਾਂਦੀ, ਤਾਂ ਮੈਂ ਕਦੀ ਵੀ ਇਹ ਗੱਲ ਨਾ ਕਰਦਾ ਜਿਹੜੀ ਗੱਲ ਮੈਂ ਅੱਜ ਕਰ ਰਿਹਾ ਹਾਂ। ਵੀ ਜੇ ਪਤਾ ਹੁੰਦਾ ਮੈਨੂੰ ਵੀ ਇਹ ਲੜ ਜਿਹੜਾ ਜੀਵਨ ਦਾ ਛੋਟਾ ਜਿਹਾ ਹੈ, ਜੇ ਮੈਨੂੰ ਇਹ ਸਮਝ ਆ ਜਾਂਦੀ ਵੀ ਇਸ ਦੁਨੀਆ ਦੀ ਹਉਮੈ ਦੀ ਕਾਰਨ ਬਣੀ ਹੋਈ ਪੋਟਲੀ, ਮੋਹ ਦੀ ਵਿਕਾਰਾਂ ਦੀ ਪੋਟਲੀ ਨੂੰ ਜਿਹਨੂੰ ਮੈਂ ਫੜਿਆ ਹੋਇਆ, ਜੇ ਮੈਨੂੰ ਇਹ ਗੱਲ ਸਮਝ ਆ ਜਾਂਦੀ ਵੀ ਇਹ ਖਤਮ ਹੋ ਜਾਣੀ ਹੈ, ਨਾਲ ਨਿਭਣ ਵਾਲੀ ਨਹੀਂ, ਭਾਵ ਇਹਨਾਂ ਦਾ ਕੋਈ ਲਾਭ ਨਹੀਂ, ਤਾਂ ਮੈਂ ਤੇਰੇ ਪੱਲੇ ਨਾਲ ਕਹਿੰਦੇ ਘੁੱਟ ਕੇ ਗੰਢ ਬੰਨ ਲੈਂਦਾ। ਦੇਖੋ ਅੱਗੇ ਫਿਰ ਅਗਲਾ ਸ਼ਲੋਕ ਨਾਲ ਹੀ ਲਿਖਦੇ ਨੇ ਵੀ ਜੇ ਜਾਣਾ ਲੜ ਛਿਜਣਾ, ਪੀਢੀ ਪਾਈ ਗੰਢ। ਗੰਢ ਦੂਜੀ ਪਾਉਂਦਾ, ਪੀਢੀ ਹੁੰਦਾ ਮਜ਼ਬੂਤ ਪੱਕੀ, ਕਹਿੰਦੇ ਨੇ ਬੜੀ ਪੀਢੀ ਹੋ ਗਈ, ਖੁੱਲਦੀ ਨਹੀਂ ਗੰਢ। ਕਹਿੰਦੇ ਮੈਨੂੰ ਆ ਦੁਨੀਆ ਦੀ ਲੜ ਛਿਜਣ ਦੀ ਗੱਲ ਸਮਝ ਆ ਜਾਂਦੀ, ਤਾਂ ਮੈਂ ਫਿਰ ਤੇਰੇ ਨਾਲ ਪੱਕੀ ਜੀ ਗੰਢ ਮਾਰਦਾ। ਉਹ ਗੰਢ ਕਿਹੜੀ ਸੀ? ਹਉਮੈ ਤੋਂ ਉੱਪਰ ਉੱਠ ਕੇ। ਤੈਂ ਜੇਵੜ ਮੈਂ ਨਾਹੇ ਕੋ, ਸਭ ਜਗ ਜਿੱਠਾ ਹੰਡ। ਮੈਂ ਤਾਂ ਸਾਰਾ ਜਗਤ ਲਿਖ ਕੇ ਫਿਰ ਲਿਆ, ਪਰ ਤੂੰ ਅਸਲ ਵਿੱਚ ਇਹ ਕਹਾਣੀ ਨਹੀਂ ਸਮਝੀ, ਤੇ ਦੂਜਿਆਂ ਦੇ ਔਗਣਾਂ ਨੂੰ ਫੋਲਦਾ ਰਿਹਾ, ਸਾਰੀ ਜ਼ਿੰਦਗੀ ਦੂਜਿਆਂ ਵੱਲ ਵੇਖਦਾ ਰਿਹਾ, ਦੂਸਰਿਆਂ ਦੇ ਔਗਣਾਂ ਨਾਲ ਝਾਤੀ ਮਾਰਦਾ ਰਿਹਾ। ਤਾਂ ਫਿਰ ਸ਼ੇਖ ਜੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਸੱਚਮੁੱਚ ਜੇ ਬਰੀਕ ਅਕਲ ਵਾਲਾ ਹੈ, ਕਾਲੇ ਲਿਖ ਨਾ ਲੇਖ। ਕਾਲੇ ਲਿਖ ਨਾ ਲਿਖ, ਆਪਣੇ ਗੁਨਾਹਾਂ ਦੇ ਲੇਖ ਹੋਰ ਹਉਮੈ ਦੇ ਪੱਕੇ ਨਾ ਕਰ ਕਿ ਫਿਰ ਜੰਮਣਾ ਤੇ ਮਰਨਾ ਪਵੇ, ਫਿਰ ਜੰਮਣਾ ਤੇ ਮਰਨਾ ਪਵੇ। ਕਹਿੰਦੇ ਨੇ ਦੇਖ ਕਾਲੇ, ਇਹ ਲੇਖ ਕਾਲੇ ਨਾ ਲਿਖ, ਸਗੋਂ ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਗਿਰਵਾਨ ਵਿੱਚ ਭਾਵੇਂ ਆਪਣੇ ਅੰਦਰ ਝਾਤ ਮਾਰ ਕੇ ਦੇਖ, ਆਪਣੇ ਅੰਦਰ ਝਾਤ ਮਾਰ। ਤਾਂ ਇਹ ਜੀਵਨ ਦੀ ਕਹਾਣੀ ਸਾਡੀ ਕੁਛ ਇਹੋ ਜਿਹੀ ਹੈ। ਹਉਮੈ ਕਰਕੇ ਮਨੁੱਖ ਇਹ ਸੋਚਦਾ ਹੈ ਕਿ ਮੈਂ ਬੜਾ ਸਿਆਣਾ ਬਣ ਗਿਆ, ਪਰ ਹੁਣ ਇਹ ਲੇਖ ਲਿਖੇ ਹੋਏ ਮਿਟਦੇ ਨਹੀਂ ਹੈ। ਹਉਮੈ ਕਰਕੇ ਹੀ ਕਰਮ ਜਿਹੜਾ ਲਫ਼ਜ਼ ਹੈ, ਇਹ ਕਿਰਿਆ ਪਦ, ਕਰਮ ਪਦ ਕਿਰਿਆ ਧਾਤੂ ਤੋਂ ਬਣਿਆ ਹੈ, ਜਿਹਦੇ ਅਰਥ ਹਨ ਵਿਹਾਰ, ਕੁਝ ਕਰਨਾ, ਹਿਲਜੁਲ। ਕਰਮ ਦੇ ਅਰਥ ਇਹ ਹਨ। ਧਾਰਮਿਕ ਜਗਤ ਵਿੱਚ ਆਪਾਂ ਵੇਖਦੇ ਹਾਂ, ਧਾਰਮਿਕ ਦੁਨੀਆ ਵਿੱਚ ਵੇਖਦੇ ਹਾਂ, ਚਾਰ ਮਸਲੇ ਬੜੇ ਗੰਭੀਰ ਹਨ। ਇਹਨਾਂ ਦੇ ਉੱਤੇ ਬਹਿਸ ਫਾਸਲਾ ਹੁੰਦਾ ਰਹਿੰਦਾ। ਬਸ ਸਾਰੀ ਜ਼ਿੰਦਗੀ ਸਾਡੀ ਧਰਮੀ ਘਾਉਣ ਵਾਲਿਆਂ ਦੀ ਇੱਥੇ ਹੀ ਨਿਕਲ ਜਾਂਦੀ ਹੈ। ਰੱਬ ਕਿੱਥੇ ਹੈ? ਰੱਬ ਕੌਣ ਹੈ? ਕਿਹੋ ਜਿਹਾ? ਕਿੱਥੇ ਰਹਿੰਦਾ? ਰੱਬ ਦੀ ਕੀ ਹੋਂਦ ਹੈ? ਹੈਗਾ ਵੀ ਕਿ ਨਹੀਂ ਹੈਗਾ? ਅਸੀਂ ਰੱਬ ਨੂੰ ਮੰਨਦੇ ਹੀ ਨਹੀਂ, ਰੱਬ ਦਿਖਦਾ ਹੀ ਨਹੀਂ। ਇਹ ਚਾਰ ਮਸਲੇ ਬੜੇ ਗੰਭੀਰ ਜਿਹੇ ਰੱਖਦੇ ਹਨ। ਦੂਜਾ ਹੈ ਆਤਮਾ ਦਾ, ਜਿਹਦੀ ਆਪਾਂ ਵਿਚਾਰਾਂ ਕਰਦੇ ਰਹਿੰਦੇ ਹਾਂ ਵੀ ਉਹ ਹੈ ਕਿੱਥੇ ਹੈ, ਉਹ ਕਿਹੋ ਜਿਹੀ ਹੈ, ਕੀ ਉਹਦਾ ਅੰਸ਼ ਹੈ। ਤੀਜਾ ਹੈਗਾ ਕਰਮ ਫਲ, ਤੀਜਾ ਕਰਮਾਂ ਦਾ ਹੈਗਾ। ਚੌਥਾ ਹੈਗਾ ਪਾਪ ਪੁੰਨ ਦਾ, ਕਿ ਪਾਪ ਕੀ ਹੈ ਤਾਂ ਪੁੰਨ ਕੀ ਹੈ। ਇਹ ਚਾਰ ਮਸਲਿਆਂ ਦੇ ਉੱਤੇ ਹੀ ਸਾਰੀ ਜ਼ਿੰਦਗੀ ਸਾਡੀ ਨਿਕਲੀ ਜਾਂਦੀ। ਇਹਦੇ ਵਿੱਚ ਹੀ ਸਵਾਲ ਆਉਂਦੇ ਜਾਣਗੇ
ਦੇਖਣਾ ਸਵਾਲਾਂ ਦਾ ਜਿਹੜਾ ਸਾਡਾ ਉਤਪਨ ਹੁੰਦਾ ਉਹ ਇਹਨਾਂ ਸਵਾਲ ਮਸਲਿਆਂ ਤੇ ਹੁੰਦੇ ਨੇ। ਔਰ ਆਪਾਂ ਸਵਾਲ ਜਵਾਬ ਸੈਸ਼ਨ 'ਚ ਵੀ ਵੇਖਦੇ ਆ ਕਿ ਬਹੁਤੇ ਸਵਾਲ ਇਹਨਾਂ ਚਾਰਾਂ ਦੇ ਵਿੱਚੋਂ ਹੀ ਉਪਜ ਕੇ ਸਾਡੇ ਸੋਚ ਮੰਡਲ ਤੋਂ ਬਾਹਰ ਆਉਂਦੇ ਨੇ। ਇਹ ਚਾਰ ਮਸਲੇ ਬੜੇ ਗੰਭੀਰ ਹਨ ਧਾਰਮਿਕ ਦੁਨੀਆ ਦੇ ਵਿੱਚ, ਧਾਰਮਿਕ ਜਗਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਤਾਂ ਸ੍ਰਿਸ਼ਟੀ ਜਿਹੜੀ ਹੈ ਦੁਨੀਆ ਇੱਕ ਕਰਮ ਮੰਡਲ ਹੈ, ਇਹ ਕਰਮ ਮੰਡਲ ਹੈ। ਮੈਂ ਸਮਾਂ ਇਸ ਕਰਕੇ ਜ਼ਿਆਦਾ ਲੈ ਰਿਹਾ ਕਿ ਸਾਨੂੰ ਇਹਦੀ ਕਲੈਰਿਟੀ ਹੋਣੀ ਚਾਹੀਦੀ ਪੂਰੀ ਤਰ੍ਹਾਂ। ਜਦ ਤੱਕ ਸਾਨੂੰ ਇਹ ਪੂਰੀ ਤਰ੍ਹਾਂ ਕਲੈਰਿਟੀ ਨਹੀਂ ਹੁੰਦੀ ਅਸੀਂ ਫਿਰ ਉਸੇ ਦੁਬਿਧਾ 'ਚ ਫਸੇ ਰਹਾਂਗੇ ਵੀ ਜੇ ਲੇਖ ਮਿਟਣੇ ਹੀ ਨਹੀਂ ਤਾਂ ਫਿਰ ਕਰਨ ਦਾ ਕੀ ਫਾਇਦਾ, ਉਦਮ ਕਰਨ ਦਾ ਕੀ ਫਾਇਦਾ। ਤਾਂ ਜਿਹੜੀ ਸ੍ਰਿਸ਼ਟੀ ਹੈ ਨਾ ਇਹ ਦੁਨੀਆ ਕੁਝ ਕਰਨ ਲਈ ਹੈ, ਇਹ ਕਰਮ ਮੰਡਲ ਹੈ। ਇਸ ਵਿੱਚ ਪੈਦਾ ਹੋਇਆ ਹਰ ਜੀਵ ਜੰਤੂ ਮਨੁੱਖ ਕੁਝ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹਦੇ 'ਚ ਕੋਈ ਪੈਦਾ ਹੋਇਆ ਮਨੁੱਖ ਰਹਿ ਨਹੀਂ ਸਕਦਾ। ਇੱਕ ਜ਼ਹਿਰ ਹੈ, ਇੱਕ ਅੰਮ੍ਰਿਤ ਹੈ, ਦੋ ਚੀਜ਼ਾਂ ਹਨ ਇੱਥੇ। ਕਈ ਕਰਮ ਮਾੜੇ ਹਨ, ਕਈ ਕਰਮ ਚੰਗੇ ਹਨ। ਚੰਗੇ ਤੇ ਮਾੜੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਗੁਰੂ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਨੇ ਸਰੀਰ ਜਿਹੜੀ ਹੈ ਇਹ ਧਰਤੀ ਜਿਹੜੀ ਹੈ ਸਰੀਰ ਰੂਪੀ ਇਹ ਕਰਮ ਕਰਨ ਲਈ ਹੈ। ਇਹ ਕਰਮ ਧਰਤੀ ਸਰੀਰ ਯੁਗ ਅੰਤਰ ਤੇ ਇਹਦੇ 'ਚ ਬੀਜ ਕਰਮਾਂ ਦਾ ਬੀਜਿਆ ਜਾਂਦਾ ਇਸ ਧਰਤੀ ਦੇ ਵਿੱਚ। ਸਤਿਗੁਰੂ ਜੀ ਦਾ ਬਚਨ ਸ਼੍ਰੀ ਰਾਗ ਜੀ 78 ਅੰਕ ਤੇ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ, ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ। ਵੀ ਜੋ ਬੀਜਿਆ ਉਹ ਖਾਏਗਾ, ਜੋ ਬੀਜਿਆ ਉਹ ਖਾਏਗਾ। ਕੀ ਕਰਮ ਧਰਤੀ ਸਰੀਰ ਜਗ ਅੰਤਰ, ਇਸ ਜਗ ਦੇ ਅੰਦਰ ਇਸ ਸਰੀਰ ਦੇ ਵਿੱਚ ਕਰਮ ਰੂਪੀ ਧਰਤੀ ਵਿੱਚ ਬੀਜਿਆ ਹੋਇਆ ਬੀਜ ਜਿਹੜਾ ਹੈ ਉਹ ਜਿਹੜਾ ਬੀਜੇਗਾ ਉਹ ਖਾਏਗਾ। ਦੇਖੋ ਗੱਲ ਤਾਂ ਬੜੀ ਸਪਸ਼ਟ ਜੀ ਹੈਗੀ ਹੈ। ਕਹਿੰਦੇ ਜੇ ਚੰਗੇ ਬੀਜ ਬੀਜੇ ਨੇ ਉਹ ਭਗਤ ਕਹਾਉਂਦੇ ਨੇ ਤੇ ਜੇ ਮਾੜੇ ਬੀਜ ਬੀਜੇ ਨੇ ਉਹ ਹਜੂਨਾਂ 'ਚ ਪੈਂਦੇ ਨੇ, ਆਵਾਗਮਨ ਦੇ ਚੱਕਰ 'ਚ ਪੈ ਜਾਂਦੇ ਨੇ। ਤਾਂ ਸਤਿਗੁਰੂ ਕਹਿੰਦੇ ਕਹੋ ਨਾਨਕ ਭਗਤ ਸੋਹੇ ਦਰਬਾਰੇ। ਜਿਹੜੇ ਬੰਦਗੀ ਚੰਗੇ ਕਰਮ ਵੀ ਕਰਦੇ ਨੇ, ਚੰਗੇ ਬੰਦਗੀ ਦੇ ਕਰਮ ਕਰਦੇ ਨੇ, ਉਹਦੀ ਯਾਦ ਦੇ ਕਰਮ ਕਰਦੇ ਨੇ, ਉਹਦੇ ਦਰ ਤੇ ਸੌਂਦੇ ਹਨ। ਨਹੀਂ ਤਾਂ ਮਨਮੁਖ ਸਦਾ ਭੁਆਤ, ਜਿਹੜੇ ਮਨਮੁਖ ਨੇ ਉਹ ਆਵਾਗਮਨ ਦੇ ਵਿੱਚ ਪਏ ਰਹਿੰਦੇ ਆ। ਤਾਂ ਇਹ ਆਵਾਗਮਨ ਜਿਹੜਾ ਹੈ ਇਹ ਹਉਮੈ ਦੇ ਕਰਮਾਂ ਕਰਕੇ ਬਣਦਾ ਹੈ। ਅਸੀਂ 12 ਮਾਹ ਦੇ ਵਿੱਚ ਵੀ ਪੜ੍ਹਦੇ ਹਾਂ, ਜਿਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ। ਹੁਣ ਕਰਮਾ ਸੰਦੜਾ ਖੇਤ 12 ਮਾਹ ਵਿੱਚ ਪੜ੍ਹਦੇ ਆ ਤੇ 12 ਮਾਹ ਜਿੱਥੋਂ ਸ਼ੁਰੂ ਹੁੰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। 12 ਮਾਹ ਸ਼ੁਰੂ ਇੱਥੋਂ ਹੁੰਦਾ ਤੇ ਅਸੀਂ ਕੀਤੇ ਹੋਏ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹਾਂ। ਇਹਦਾ ਮਤਲਬ ਕੁਝ ਕਰਮ ਹਨ ਜਿਹੜੇ ਸਾਡੇ ਨਾਲ ਤੁਰੇ ਆਉਂਦੇ ਹਨ, ਸਾਡੇ ਨਾਲ ਜਿਹੜੇ ਆ ਤੁਰੇ ਆਉਂਦੇ ਹਨ। ਤਾਂ ਕਰਮ ਤੋਂ ਦੇਖੋ ਗੁਰੂ ਪਾਤਸ਼ਾਹ ਜੀ ਨੇ ਇਹ ਗੱਲਾਂ ਸਾਨੂੰ ਪਹਿਲਾਂ ਸਮਝਣ ਦੀ ਲੋੜ ਹੈ। ਵਿਸ਼ਾ ਬਹੁਤ ਵੱਡਾ ਹੈ। ਅੱਗੇ ਆਪਾਂ ਕਰਮ ਦੇ ਉੱਤੇ ਲੈਕਚਰ ਪੂਰਾ 2 ਲੈਕਚਰ ਸਰਵਣ ਕਰ ਚੁੱਕੇ ਹਾਂ। ਮੈਂ ਸਿਰਫ ਉਹਨਾਂ ਦੀ ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਇਹ 2 ਲੈਕਚਰ ਇੱਥੇ ਕੀਤੇ ਹੋਏ ਹਨ। ਪਰ ਮੈਂ ਇਸ ਕਰਕੇ ਗੱਲ ਦੁਹਰਾ ਰਿਹਾ ਵੀ ਇਹ ਲੇਖਣਾ ਮਿੱਟੀ ਹੇ ਲਖੀ ਸਖੀ ਦੀ ਨਾਲ ਕਹਾਣੀਆਂ ਬੜੀਆਂ ਜੁੜੀਆਂ ਹੋਈਆਂ ਨੇ, ਸਾਖੀਆਂ ਬੜੀਆਂ ਆਉਂਦੀਆਂ ਨੇ ਜਿਹੜੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ ਇਤਿਹਾਸ ਦੇ ਵਿੱਚ ਵੀ ਉਹ ਰਾਜਾ ਸੀ, ਫਲਾਣਾ ਸੀ, ਜੋ ਸੀ, ਲੰਬੀ ਸਾਖੀ ਹੈ। ਤਾਂ ਉਹ ਕਹਾਣੀਆਂ ਜਿਹੜੀਆਂ ਨੇ ਗੁਰਮਤਿ ਸਿਧਾਂਤਾਂ ਤੋਂ ਉਲਟ ਲੈ ਜਾਂਦੀਆਂ ਜਦ ਤੱਕ ਸਾਨੂੰ ਇਹਦੀ ਫਿਲਾਸਫੀ ਦਾ ਸਮਝ ਜਿਹੜੀ ਹੈ ਨਹੀਂ ਆਉਂਦੀ। ਕਰਮ ਤੋਂ ਪਹਿਲਾਂ ਖਿਆਲ ਪੈਦਾ ਹੁੰਦਾ ਹੈ। ਨਿੱਕਾ ਮੋਟਾ ਖਿਆਲ ਸਾਡੇ ਮਨ ਉੱਤੇ ਅਸਰ ਪਾਉਂਦਾ ਹੈ। ਖਿਆਲ ਚੰਗਾ ਹੋਵੇ ਤਾਂ ਚੰਗਾ ਅਸਰ ਪਏਗਾ, ਖਿਆਲ ਮਾੜਾ ਹੈ ਤਾਂ ਮਾੜਾ ਅਸਰ ਪੈਂਦਾ ਹੈ। ਇੱਕ ਵਾਰ ਮਨ ਵਿੱਚ ਜਿਹੜਾ ਖਿਆਲ ਪੈਦਾ ਹੁੰਦਾ ਉਹ ਮਨ ਦੇ ਵਿੱਚ ਇੱਕ ਸੂਖਮ ਜਿਹੀ ਲਕੀਰ ਖਿੱਚ ਦਿੰਦਾ ਹੈ ਜਿਹੜਾ ਸਾਡੇ ਖਿਆਲ ਅੰਦਰ ਪੈਦਾ ਹੁੰਦਾ ਹੈ। ਜਦੋਂ ਉਸ ਖਿਆਲ ਨੂੰ ਬਾਰ-ਬਾਰ ਦੁਹਰਾਇਆ ਜਾਵੇ ਤਾਂ ਉਹ ਫਿਰ ਉਸ ਨੂੰ ਅਮਲੀ ਰੂਪ ਪ੍ਰੈਕਟੀਕਲ ਸ਼ਕਲ ਜਿਹੜੀ ਉਹ ਦਿੱਤੀ ਜਾਂਦੀ ਹੈ। ਤਾਂ ਫਿਰ ਉਹ ਸਾਡਾ ਸੁਭਾਅ ਬਣ ਜਾਂਦਾ। ਜਿਸ ਉਸ ਖਿਆਲ ਵਿੱਚੋਂ ਜਦੋਂ ਬਾਰ-ਬਾਰ ਦੁਹਰਾਇਆ ਜਾਵੇ ਅਮਲੀ ਰੂਪ 'ਚ ਉਹਨੂੰ ਪੈਦਾ ਕਰਦਾ ਉਹ ਸਾਡਾ ਸੁਭਾਅ ਬਣਦਾ ਹੈ। ਸੁਭਾਅ ਜਿਹੜਾ ਹੈ ਉਹ ਫਿਰ ਕਿਹੋ ਜਿਹਾ ਬਣਦਾ ਹੈ? ਇਹ ਸਾਡੇ ਉਸ ਖਿਆਲਾਂ ਤੋਂ ਬਣਦਾ ਹੈ। 4 ਤਰ੍ਹਾਂ ਦੇ ਕਰਮ ਮਨੁੱਖ ਕਰਦਾ ਹੈ। ਖਿਆਲ ਕਰਨਾ ਇੱਕ ਹੁੰਦਾ ਮਨੁੱਖ ਦੇ ਆਪਣੇ ਸਵਾਰਥ ਲਈ ਕੀਤੇ ਕਰਮ, ਇੱਕ ਹੈ ਆਪਣਾ ਫਰਜ਼ ਸਮਝ ਕੇ ਕੀਤੇ ਹੋਏ ਕਰਮ, ਇੱਕ ਹੈ ਨਿਸ਼ਕਾਮ ਕਰਮ ਜਿਹਨੂੰ ਭਗਤੀ ਸੇਵਾ ਆਦਿ ਕਰਕੇ ਅਸੀਂ ਕਰਮ ਕਹਿੰਦੇ ਹਾਂ, ਜਿਹਦੇ ਚ ਕਿਸੇ ਫਲ ਦੀ ਇੱਛਾ ਰੱਖ ਕੇ ਨਹੀਂ, ਕਾਹੂ ਫਲ ਕੀ ਇੱਛਾ ਨਹੀਂ ਬਾਂਛੇ ਵਾਲਾ ਉਹ ਜਿਹੜਾ ਕਰਮ ਉਹਨੂੰ ਕਹਿੰਦੇ ਨਿਸ਼ਕਾਮ ਕਰਮ। ਇੱਕ ਕਰਮ ਸਵਾਰਥ ਲਈ ਕੀਤਾ ਜਾਂਦਾ,
ਇੱਕ ਆਪਣਾ ਫਰਜ਼ ਸਮਝ ਕੇ ਕੀਤਾ ਜਾਂਦਾ, ਇੱਕ ਕਰਮ ਨਿਸ਼ਕਾਮ ਕਰਮ ਹਨ, ਭਗਤੀ ਦਰਗੇ ਕਰਮ ਜਾਂ ਸੇਵਾ ਦੇ ਕਰਮ ਹਨ। ਇੱਕ ਹਨ ਨਿਖਿਧ ਕਰਮ, ਚੋਰੀ, ਜੂਆ, ਸ਼ਰਾਬ, ਇਹ ਕੀ ਹੈ? ਇਹ ਸਾਰੇ ਨਿਖਿਧ ਕਰਮ ਹਨ। ਤੋ ਚੰਗੇ ਕਰਮ ਕਰਨ ਲਈ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਵੀ ਸਾਰ ਤੋਂ ਆਇਆ ਚੰਗੇ ਕਰਮ ਕਰਨ ਲਈ ਹੈ। ਜੇ ਮਾੜੇ ਕਰਮ ਕੀਤੇ ਹਨ ਤਾਂ ਫਿਰ ਉਹ ਕਰਮਾਂ ਦਾ ਲੇਖਾ ਨਾਲ ਲਿਖਿਆ ਜਾਂਦਾ, ਉਹ ਨਾਲ ਹੀ ਲਿਖਿਆ ਜਾਂਦਾ, ਤੇ ਉਹ ਲੇਖੇ ਕਰਕੇ ਫਿਰ ਸਾਡੇ ਜਿਹੜੇ ਲੇਖ, ਜਿਹੜੇ ਜਿਹਨੂੰ ਅਸੀਂ ਕਹਿ ਦਿੰਦੇ ਆ ਲੇਖ ਬਣ ਗਏ, ਉਹ ਮਿਟਦੇ ਨਹੀਂ, ਕਿਉਂਕਿ ਅਸੀਂ ਉਹ ਕਰਮ ਇਹੋ ਜਿਹੇ ਕੀਤੇ ਨੇ। ਹੁਣ ਉਹਨੂੰ ਮਿਟਾਉਣ ਦਾ ਢੰਗ ਹੈਗਾ। ਗੁਰਬਾਣੀ 'ਚ ਜਿਹੜਾ ਕਰਮ ਸ਼ਬਦ ਦੋ ਤਰ੍ਹਾਂ ਦੇ ਅਰਥਾਂ 'ਚ ਆਇਆ। ਇੱਕ ਸ਼ਬਦ ਕਰਮ ਦਾ ਆਇਆ ਕੁਝ ਕਰਨਾ, ਤੇ ਦੂਜਾ ਬਖਸ਼ਿਸ਼। ਇੱਕ ਕਰਮ ਬਖਸ਼ਿਸ਼ ਲਈ ਵੀ ਆਇਆ ਤੇ ਇੱਕ ਕਰਮ ਜਿਹੜਾ ਆਇਆ ਉਹ ਦੂਜਾ ਕਰਨ ਲਈ ਹੈ, ਜੋ ਅਸੀਂ ਕੰਮ ਕਰਦੇ ਹਾਂ। ਦੋ ਤਰ੍ਹਾਂ ਦਾ ਲਫ਼ਜ਼ ਜਿਹੜਾ ਆਇਆ। ਆਮ ਤੌਰ ਤੇ ਹਿੰਦੂ ਜਿਹੜੇ ਰਿਸ਼ੀ ਨੇ ਉਹਨਾਂ ਨੇ ਤਿੰਨ ਤਰ੍ਹਾਂ ਦੇ ਕਰਮ ਮੰਨੇ ਹਨ। ਇੱਕ ਸੰਚਿਤ ਕਰਮ ਨੇ, ਇੱਕ ਪ੍ਰਾਰਬਧ ਕਰਮ ਨੇ, ਤੇ ਇੱਕ ਕਿਰਿਆਮਾਨ ਕਰਮ ਨੇ। ਹਿੰਦੂ ਰਿਸ਼ੀਆਂ ਨੇ ਤਿੰਨ ਤਰ੍ਹਾਂ ਦੇ ਕਰਮ ਮੰਨੇ ਨੇ। ਤੋ ਆਪਾਂ ਇਸ ਲੰਬੇ ਚੌੜੇ ਚੱਕਰ 'ਚ ਨਾ ਪਈਏ, ਆਪਾਂ ਸਿਰਫ ਇੰਨੀ ਗੱਲ ਕਹੀਏ ਵੀ ਹਿੰਦੂ ਮਤ ਦੇ ਸਿਧਾਂਤ ਮੁਤਾਬਕ ਇਹ ਕਰਮ ਨਹੀਂ ਬਦਲਦੇ। ਜੋ ਕਰਮ ਮਾਲਕ ਨੇ ਲਿਖ ਦਿੱਤੇ ਹੈ ਉਹ ਕਰਮ ਨਹੀਂ ਬਦਲਨੇ। ਕਰਮ ਸਿਧਾਂਤ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਜਾਂਦੀਆਂ ਨੇ, ਵਿਰੋਧ ਵਿੱਚ ਦਲੀਲਾਂ ਦਿੱਤੀਆਂ ਜਾਂਦੀਆਂ। ਬਹੁਤ ਲੰਬਾ ਚੌੜਾ ਸਬਜੈਕਟ ਜਿਹੜਾ ਹੈ ਇਹ ਹੈ, ਜਿਹਨੂੰ ਅਸੀਂ ਕਈ ਵਾਰੀ ਅੱਗੇ ਕਰ ਚੁੱਕੇ ਹਾਂ। ਪਰ ਗੁਰਮਤ ਦੇ ਵਿੱਚ ਜਿਹੜਾ ਕੰਮ ਜਿਹੜਾ ਹੈ ਉਹ ਇਸ ਦੇ ਕਰਮ ਸਿਧਾਂਤ ਜਿਹੜਾ ਹੈ ਉਹ ਬੜਾ ਫਰਕ ਹੈ ਹਿੰਦੂ ਮਤ ਦੇ ਨਾਲੋਂ। ਜਿਹੜਾ ਸਿਧਾਂਤ ਸਿੱਖ ਧਰਮ ਨੇ ਦਿੱਤਾ, ਗੁਰੂ ਸਾਹਿਬ ਨੇ ਦੋਹਾਂ ਪੱਖਾਂ ਨੂੰ ਮੁੱਖ ਰੱਖ ਕੇ ਦਿੱਤਾ ਹੈ। ਨੈਗੇਟਿਵ ਪੋਜ਼ਿਟਿਵ ਦੀ ਪੂਰੀ ਕਹਾਣੀ ਨੂੰ ਸਮਝਿਆ। ਇੱਕ ਪਾਸੇ ਕਰਮਾਂ ਦੇ ਫਲ ਵਿੱਚ ਵਿਸ਼ਵਾਸ ਰੱਖਦੇ ਨੇ, ਤੇ ਦੂਜੇ ਪਾਸੇ ਸਰਵ ਸ਼ਕਤੀਮਾਨ ਪ੍ਰਮਾਤਮਾ ਦੇ ਹੁਕਮ ਤੇ ਭਰੋਸਾ ਹੁੰਦਾ ਹੈ, ਜਿਹਨੂੰ ਵਿਲ ਕਹਿੰਦੇ ਅਸੀਂ, ਕਰਤਾਰ ਦਾ ਹੁਕਮ ਜਿਹੜਾ ਵਿਲ ਕਹਿੰਦੇ ਆ। ਤਾਂ ਦੋ ਪੱਖ ਹਨ, ਇੱਕ ਕਰਮਾਂ ਦਾ ਤੇ ਦੂਸਰਾ ਰੱਬੀ ਹੁਕਮ ਦਾ, ਗॉड्स ਵਿਲ ਜਿਹਨੂੰ ਅਸੀਂ ਕਹਿੰਦੇ ਆ। ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਪਰ ਦੂਜੇ ਪਾਸੇ ਹਰ ਇਨਸਾਨ ਉੱਤੇ ਪ੍ਰਮਾਤਮਾ ਦਾ ਹੁਕਮ ਲਾਗੂ ਹੁੰਦਾ ਹੈ। ਜੋ ਇਸ ਦੁਨੀਆ ਵਿੱਚ ਹੋ ਰਿਹਾ ਹੈ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਪ੍ਰਮਾਤਮਾ ਜੇ ਚਾਹੇ ਤਾਂ ਮਨੁੱਖ ਦੇ ਕਰਮਾਂ ਦੇ ਫਲ ਨੂੰ ਬਦਲ ਸਕਦਾ ਹੈ। ਬਸ ਇਹ ਗੱਲ ਸਮਝਣ ਦੀ ਲੋੜ ਹੈ। ਇੰਨਾ ਲੰਬਾ ਚੌੜਾ ਜਿਹੜੀ ਆਪਾਂ ਵਿਚਾਰ ਕੀਤੀ ਹੈ, ਉਹਦੇ 'ਚ ਇਹ ਗੱਲ ਤੱਤ ਨਿਕਲਦੀ ਹੈ ਕਿ ਪ੍ਰਮਾਤਮਾ ਚਾਹੇ, ਜਿਸ ਨੇ ਕਰਮ ਬਣਾਏ ਹਨ, ਜਿਹੜੇ ਸਾਡੇ ਕਰਮ ਉਹਨੇ ਲਿਖ ਕੇ ਭੇਜ ਦਿੱਤੇ ਹਨ, ਉਹ ਚਾਹੇ ਤਾਂ ਇਹ ਸਾਡੇ ਜਿਹੜੇ ਕਰਮ ਹਨ ਉਹਨਾਂ ਨੂੰ ਬਦਲ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਪ੍ਰਮਾਤਮਾ ਦੀ ਹਸਤੀ ਤੋਂ ਪਰੇ ਨਹੀਂ ਹਟਦੇ। ਨਾ ਹੀ ਕਦੀ ਗੁਰਮਤਿ ਨੇ ਕੋਈ ਪ੍ਰਮਾਤਮਾ ਦੀ ਹਸਤੀ ਨੂੰ ਮੰਨਣ ਤੋਂ ਇਨਕਾਰ ਕੀਤਾ, ਸਗੋਂ ਇਹਨਾਂ ਵਿੱਚ ਪੂਰਾ ਭਰੋਸਾ ਰੱਖਦੇ ਨੇ ਪ੍ਰਮਾਤਮਾ ਦੀ ਹਸਤੀ ਦੇ ਵਿੱਚ। ਗੁਰਮਤਿ ਦਾ ਮਾਰਗ ਹੈ, ਔਰ ਆਪਣੇ ਕਰਮ ਤੇ ਹੁਕਮ ਦੇ ਸਿਧਾਂਤ ਨੂੰ ਸਤਿਗੁਰੂ ਜੀ ਨੇ ਬਾਣੀ 'ਚ ਬੜੀ ਵਾਰੀ ਬਿਆਨ ਕੀਤਾ। ਤੋ ਸਤਿਗੁਰੂ ਜੀ ਕਹਿੰਦੇ ਨੇ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਇਹ ਗੌੜੀ ਬਰਾਕਤ ਦੇ ਵਿੱਚ ਇਹ ਪੰਕਤੀ ਆਉਂਦੀ ਹੈ ਕਿ ਕਰਮਾਂ ਦੇ ਉੱਤੇ ਨਿਬੇੜਾ ਹੁੰਦਾ ਹੈ। ਨਿਬੇੜਾ ਫਿਰ ਅਸੀਂ ਕਈ ਵਾਰੀ ਹੋਰ ਵੀ ਪੜ੍ਹਦੇ ਹਾਂ, ਉਹ ਕਿਹੜਾ? ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਇਹਦਾ ਮਤਲਬ ਅਮਲਾਂ ਦਾ ਨਿਬੇੜਾ ਵੀ ਨਾਲ ਗੁਰੂ ਪਾਤਸ਼ਾਹ ਨੇ ਲਿਖਿਆ। ਪਹਿਲੇ ਗੱਲ ਸੀ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਦੂਜੀ ਗੱਲ ਆ ਗਈ ਵੀ ਨਿਬੇੜਾ ਵੀ ਜਿਹੜਾ ਉਹ ਕਰਮਾਂ ਅਨੁਸਾਰ ਹੁੰਦਾ, ਉਹ ਹੈ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਿਉਂ ਰੱਬ ਨੂੰ ਉਲੰਭੇ ਦਿੰਦਾ? ਤੂੰ ਕਰਮ ਕੀਤੇ ਨੇ। ਦੋਸ਼ ਨਾ ਦੀਜੇ ਕਾਹੂ ਲੋਕ, ਕਿਉਂ ਲੋਕਾਂ ਨੂੰ ਦੋਸ਼ ਦੇਣਾ? ਜੋ ਕਮਾਵਨ ਸੋਈ ਭੋਗ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ। ਆਪਨ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਧੰਦ। ਇਹ ਆਵਾਜਮਨ ਬਣ ਗਿਆ ਕੀਤੇ ਕਰਮ ਅਨੁਸਾਰ। ਮਤਲਬ ਇਹ ਹੈ ਵੀ ਜਿਹੜੇ ਕਰਮ ਅਸੀਂ ਕੀਤੇ ਨੇ ਉਹਦਾ ਫਲ ਮਿਲਦਾ ਹੈ। ਹੁਣ ਦੂਜੇ ਪਾਸੇ ਅਸੀਂ ਕਹਿੰਦੇ ਆ ਪ੍ਰਮਾਤਮਾ ਦਾ ਹੁਕਮ ਹੈ। ਗੁਰੂ ਨਾਨਕ ਦੇਵ ਜੀ ਨੇ ਰੱਬ ਦੇ ਹੁਕਮ ਨੂੰ ਆਪਣੇ ਸਿਧਾਂਤ ਵਿੱਚ ਬੜੀ ਮਹਾਨਤਾ ਦਿੱਤੀ ਹੈ, ਬੜੀ ਮਹੱਤਤਾ ਦਿੱਤੀ ਹੈ। ਉਹ ਫਰਮਾਉਂਦੇ ਨੇ ਦੁਨੀਆ ਵਿੱਚ ਜੋ ਕੁਝ ਹੁੰਦਾ ਹੈ ਉਹ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੁੰਦਾ ਹੈ। ਕਰਮ ਇਨਸਾਨ ਕਰਦਾ ਹੈ ਪਰ ਇਸ ਦਾ ਫਲ ਪ੍ਰਮਾਤਮਾ ਲਿਖਦਾ ਹੈ। ਬੀਜ ਪਾਇਆ ਜਾਂਦਾ ਹੈ, ਕਰਮ ਕਰਨੇ ਹਨ, ਪਰ ਇਸ ਦਾ ਫਲ ਪ੍ਰਮਾਤਮਾ ਲਿਖਦਾ ਹੈ। ਉਸ ਦੇ ਹੁਕਮ ਦੁਆਰਾ ਹੀ ਇਨਸਾਨ ਜੰਮਣ ਮਰਨ ਦੇ ਗੇੜ ਵਿੱਚ ਪੈਂਦਾ ਹੈ,
ਤੇ ਆਮ ਨਿਗਾਹ ਨਾਲ ਵੇਖੀਏ, ਜੇ ਆਮ ਨਜ਼ਰ ਨਾਲ ਵੇਖੀਏ, ਕਰਮ ਤੇ ਰੱਬੀ ਹੁਕਮ ਇੱਕ ਦੂਜੇ ਤੇ ਵਿਰੋਧੀ ਲੱਗਦੇ ਹਨ। ਪਰ ਨਹੀਂ, ਆਮ ਆਦਮੀ ਤਾਂ ਇਹ ਸਮਝਦਾ ਕਿ ਸਭ ਕੁਝ ਰੱਬੀ ਹੁਕਮ ਹੀ ਹੋਵੇ ਤਾਂ ਕਰਮ ਸਿਧਾਂਤ ਕੰਮ ਨਹੀਂ ਕਰਦਾ। ਬਿਲਕੁਲ ਨਹੀਂ। ਚੰਗੇ ਕਰਮ ਕਰਨ ਲਈ ਕੋਈ ਉਤਸ਼ਾਹ ਬਾਕੀ ਨਹੀਂ ਰਹਿੰਦਾ। ਆਮ ਬੰਦਾ ਇਹੋ ਹੀ ਗੱਲ ਕਰਦਾ। ਜੇ ਨਿਰਾ ਅਸੀਂ ਰੱਬ ਦੇ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਨੇ ਕਰਮਾਂ ਤੇ ਰੱਬੀ ਹੁਕਮ ਨੂੰ ਮੇਲਿਆ ਹੈ। ਮੇਲਿਆ ਹੈ ਇਸ ਪੌੜੀ ਦੇ ਵਿੱਚ, ਕਰਮਾਂ ਨੂੰ ਤੇ ਰੱਬੀ ਹੁਕਮ ਨੂੰ ਮੇਲਿਆ ਹੈ ਆਪੋ ਵਿੱਚ। ਸਤਿਗੁਰੂ ਜੀ ਨੇ ਰੱਬੀ ਇਹਦੇ ਵਿੱਚ ਫਰਮਾਇਆ ਕਿ ਆਦਮੀ ਜਿਹੜਾ ਕਰਮ ਕਰਦਾ ਹੈ, ਪਰ ਕਲਮ ਪਰਮਾਤਮਾ ਦੀ ਚਲਦੀ ਹੈ। ਆਦਮੀ ਕਰਮ ਕਰਦਾ ਹੈ, ਕਲਮ ਪਰਮਾਤਮਾ ਦੀ ਚਲਦੀ ਹੈ। ਲੇਖ ਪਰਮਾਤਮਾ ਆਪ ਲਿਖਦਾ ਹੈ ਸਾਡੇ ਕੀਤੇ ਕਰਮਾਂ ਮੁਤਾਬਕ, ਕੀਤੇ ਹੋਏ ਕਰਮਾਂ ਮੁਤਾਬਕ। ਇਸ ਲਈ ਗੁਰੂ ਪਾਤਸ਼ਾਹ ਜੀ ਇਹ ਪਰਮਾਤਮਾ ਦੇ ਲੇਖ ਲਿਖੇ ਹੋਏ ਕਹਿੰਦੇ ਨੇ ਆਪਣੀ ਮਰਜ਼ੀ ਨਾਲ ਨਹੀਂ ਮਿਟ ਸਕਦੇ ਜਦ ਤੱਕ ਗੁਰੂ ਦੀ ਜਾਂ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਨਾ ਬਣੀਏ। ਤਾਂ ਲੇਖ ਮਿਟਾਉਣ ਲਈ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣਨਾ ਬੜਾ ਜ਼ਰੂਰੀ ਹੈ। ਡੂੰਘੀ ਫਿਲਾਸਫੀ ਹੈ ਇਸ ਪੌੜੀ ਦੇ ਵਿੱਚ ਜਿਹੜੀ ਗੁਰੂ ਪਾਤਸ਼ਾਹ ਨੇ ਦਿੱਤੀ। ਅਸੀਂ ਤਾਂ ਕੇਵਲ ਆਮ ਪੜ੍ਹ ਜਾਂਦੇ ਹਾਂ, ਲੇਖ ਨਾ ਮਿਟੀ ਹੀ ਸਖੀ ਜੋ ਲਿਖਿਆ ਕਰਤਾਰ। ਤਾਂ ਸਤਿਗੁਰੂ ਜੀ ਕਹਿੰਦੇ ਨੇ ਸਖੀ ਕਰਤਾਰ ਦੇ ਲਿਖੇ ਹੋਏ ਲੇਖ ਨਹੀਂ ਮਿਟਦੇ, ਪਰ ਉਸ ਦੇ ਹੁਕਮ ਦੇ ਚੱਲਣ ਨੂੰ ਕੋਈ ਮੋੜ ਨਹੀਂ ਸਕਦਾ। ਨਾਲ ਅੱਗੇ ਗੱਲ ਇਹ ਵੀ ਲਿਖ ਦਿੱਤੀ ਹੈ ਇਸੇ ਪੌੜੀ ਦੇ ਵਿੱਚ ਵੀ ਹਉਮੈ ਕਰਕੇ ਲੇਖ ਬਣੇ ਨੇ। ਜਦ ਤੱਕ ਇਹ ਹਉਮੈ ਨਹੀਂ ਮੁੱਕਦੀ, ਹਉਮੈ ਦਾ ਭਾਵ ਆਪਾ ਭਾਵ ਨਹੀਂ ਮਨੁੱਖ ਗਵਾਉਂਦਾ, ਜਦ ਤੱਕ ਮੈਂ ਮੇਰੀ ਆਪਣੇ ਵਿੱਚੋਂ ਖਤਮ ਨਹੀਂ ਕਰਦਾ, ਤਾਂ ਉਨੀ ਦੇਰ ਤੱਕ ਇਹਦੇ ਅੰਦਰ ਉਹ ਕਹਾਣੀ ਜਿਹੜੀ ਹੈ ਨਹੀਂ ਬਣੇਗੀ, ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦੇਗਾ। ਤਾਂ ਰੱਬੀ ਹੁਕਮ ਜਿਹੜੇ ਗੱਲ ਗੁਰੂ ਪਾਤਸ਼ਾਹ ਨੇ ਸਾਡੀ ਕੀਤੀ ਹੈ ਕਿ ਪ੍ਰਮਾਤਮਾ ਦੇ ਹੁਕਮ ਨਾਲ ਹੀ ਇਹ ਲੇਖ ਲਿਖੇ ਗਏ ਹਨ, ਤੇ ਉਹ ਕੀਤੇ ਸਾਡੇ ਕਰਮਾਂ ਮੁਤਾਬਕ ਉਹਨੇ ਲਿਖਿਆ, ਫਲ ਉਹਦਾ ਹੀ ਮਿਲਿਆ ਜੋ ਅਸੀਂ ਕੀਤਾ ਸੀ। ਹੁਣ ਮਸਲਾ ਇਹ ਹੈਗਾ ਵੀ ਇਹਨੂੰ ਖਤਮ ਕਿਵੇਂ ਕਰਨਾ ਹੈ। ਉਹ ਸਤਿਗੁਰੂ ਕਹਿੰਦੇ ਨੇ ਵੀ ਹੇ ਮਾਲਕ, ਜੇ ਤੂੰ ਸਾਡੇ ਹਿਰਦੇ ਵਿੱਚ ਆ ਕੇ ਆਪਣੇ ਚਰਨ ਟਿਕਾ ਲਵੇਂ, ਜਦੋਂ ਤੂੰ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਵੇਂ, ਉਹ ਵਸੇਗਾ ਕਦੋਂ? ਜਦੋਂ ਦੀਵਾਰ ਟੁੱਟੇਗੀ। ਉਹ ਦੀਵਾਰ ਕਾਹਦੀ ਹੈ? ਹਉਮੈ ਦੀ, ਹੰਕਾਰ ਦੀ। ਤੇ ਜਦ ਤੱਕ ਹਉਮੈ ਦੀ ਦੀਵਾਰ ਨਹੀਂ ਟੁੱਟਦੀ, ਜਦ ਤੱਕ ਹਉਮੈ ਦੀ ਦੀਵਾਰ ਬਣੀ ਰਹੇਗੀ, ਤਦ ਤੱਕ ਕਹਾਣੀ ਜਿਹੜੀ ਚੱਲੇਗੀ ਨਹੀਂ। ਤਾਂ ਹਉਮੈ ਦੀ ਦੀਵਾਰ ਤੋੜਨੀ ਜਿਹੜੀ ਹੈ ਉਹ ਜ਼ਰੂਰੀ ਚੀਜ਼ ਹੈ, ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਲਿਖੀ ਹੈ। ਇਨਸਾਨ ਹੈਗਾ ਪਰਮਾਤਮਾ ਦੀ ਅੰਸ਼ ਹੈ। ਜਦੋਂ ਪਰਮਾਤਮਾ ਦੀ ਅੰਸ਼ ਹੈ ਤੇ ਸਾਗਰ ਦੀ ਬੂੰਦ ਵਾਲਾ ਜੋ ਆਪਾਂ ਕਈ ਵਾਰੀ ਉਦਾਹਰਨ ਦੇ ਚੁੱਕੇ ਹਾਂ ਉਹ ਹੈ। ਪਰ ਇਹ ਵੀ ਗੱਲ ਖਿਆਲ ਕਰਨਾ ਵੀ ਧਨ ਪਿਰਕਾ ਇੱਕ ਸੰਗ ਹੀ ਵਾਸਾ, ਨਾਲ ਪਰਮਾਤਮਾ ਵੀ ਨਾਲ ਹੀ ਹੈ, ਪਰ ਵਿੱਚ ਹਉਮੈ ਭੀਤ ਕਰਾਰੀ ਹੈ। ਜਿਹੜੀ ਹਉਮੈ ਦੀ ਦੀਵਾਰ ਹੈ ਉਹਦੇ ਕਰਕੇ ਉਹ ਸਾਨੂੰ ਨਾਲ ਦਿਸਦਾ ਨਹੀਂ ਹੈ। ਪਰ ਜਦੋਂ ਗੁਰ ਪੂਰਾ ਹਉਮੈ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ, ਜਦੋਂ ਗੁਰੂ ਤੋੜ ਦੇਵੇ। ਇਹ ਮਲਾਰ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਕਹਿੰਦੇ ਨੇ ਵੀ ਧਨ ਬਿਰਕਾ ਸੰਗ ਹੀ ਵਾਸਾ, ਹੈ ਤਾਂ ਇਕੱਠੇ ਹੀ ਨੇ, ਵਿੱਚ ਹਉਮੈ ਭੀਤ ਕਰਾਰੀ। ਹੁਣ ਹਉਮੈ ਦੀ ਜਿਹਦੇ ਕਰਕੇ ਸਾਡੇ ਲੇਖ ਲਿਖੇ ਗਏ, ਜਨਮ ਹੋਇਆ, ਅਸੀਂ ਸੰਸਾਰ ਤੇ ਆਏ, ਅਸੀਂ ਮਿਟਾਉਣ ਦਾ ਯਤਨ ਨਾ ਕੀਤਾ, ਦੇਖਿਆ ਵੀ ਨਾ ਅੰਦਰ ਝਾਤ ਮਾਰ ਕੇ ਵੀ ਸਾਡੇ ਅੰਦਰ ਹਉਮੈ ਦੀ ਦੀਵਾਰ ਹੈ। ਜੇ ਹਉਮੈ ਬੁੱਝੇ ਤਾਂ ਅੰਦਰ ਸੁੱਝੇ ਦੀ ਕਹਾਣੀ ਹੈ ਨਾ। ਵੀ ਜਦ ਦਰ ਤੇ ਪ੍ਰਵਾਨ ਕਦੋਂ ਹੋਏਗਾ, ਦਰ ਕਦੋਂ ਸੁੱਝੇਗਾ, ਉਹਦਾ ਕਦੋਂ ਮਿਲੇਗਾ? ਜਦੋਂ ਹਉਮੈ ਦੀ ਸਮਝ ਆਵੇਗੀ। ਜਦ ਹਉਮੈ ਦੀ ਸਮਝ ਨਹੀਂ ਆਉਂਦੀ ਤਾਂ ਉਦੋਂ ਤੱਕ ਇਹ ਗੱਲ ਬਣਦੀ ਨਹੀਂ ਗੀ। ਜਦੋਂ ਗੁਰੂ ਕਿਰਪਾ ਕਰਕੇ ਹਉਮੈ ਦੀ ਦੀਵਾਰ ਤੋੜ ਦਿੰਦਾ ਹੈ ਤੇ ਪ੍ਰਮਾਤਮਾ ਦਾ ਅੰਦਰੋਂ ਦੀਦਾਰ ਹੁੰਦਾ ਹੈ, ਅੰਦਰੋਂ ਦਰਸ਼ਨ ਹੁੰਦਾ ਹੈ। ਪ੍ਰਮਾਤਮਾ ਦਾ ਅੰਦਰੋਂ ਦੀਦਾਰ ਹੁੰਦਾ ਹੈ, ਅੰਦਰ ਦਿਸਦਾ ਹੈ। ਪ੍ਰਮਾਤਮਾ ਦਾ ਦੇਸ਼ ਨੇੜੇ ਹੀ ਹੈ, ਉਹ ਕਿਤੇ ਦੂਰ ਲੱਭਣ ਜਾਣ ਦੀ ਲੋੜ ਨਹੀਂ, ਉਹਦਾ ਵਾਸਾ ਸਾਡੇ ਅੰਦਰ ਹੈ, ਸਾਡੇ ਨਾਲ ਹੈ। ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਵੀ ਉਹ ਅਸਲ ਵਿੱਚ ਮਨੁੱਖ ਪਰਮੇਸ਼ਰ ਦੇ ਆਪਣੇ ਨਾਲ ਹੋਣ ਦੀ ਗੱਲ ਨੂੰ ਸਮਝਦਾ ਨਹੀਂ ਹੈ। ਜੋ ਨਾਲ ਹੈ ਤਾਂ ਸਾਰਾ ਕੁਝ ਦਿਖਦਾ, ਸਭ ਕੁਝ ਲਿਖਦਾ। ਤਾਂ ਗੱਲ ਸਾਰੀ ਇੱਥੇ ਇਹ ਮੁੱਕਦੀ ਹੈ ਵੀ ਸਾਡੇ ਪਰਮਾਤਮਾ ਨੇ ਸਾਡੇ ਹਉਮੈ ਦੇ ਲੇਖ, ਜਾਂ ਇਹ ਕਹਿ ਲਈਏ ਹੇ ਸਖੀ ਹੇ ਭੈਣ, ਸਾਡੇ ਕੀਤੇ ਕਰਮਾਂ ਅਨੁਸਾਰ ਹਉਮੈ ਦਾ ਜੋ ਲੇਖ ਕਰਤਾਰ ਨੇ ਸਾਡੇ ਮੱਥੇ ਦੇ ਉੱਤੇ ਲਿਖ ਦਿੱਤਾ ਹੈ, ਉਹ ਸਾਡੀ ਆਪਣੀ ਚਲਾਕੀ ਨਾਲ, ਆਪਣੀ ਸਿਆਣਪ ਨਾਲ ਨਹੀਂ ਮਿਟ ਸਕਦਾ। ਹਉਮੈ ਸਮਝਣ ਲਈ ਵੀ ਗੁਰੂ ਦੀ ਸ਼ਰਨ ਚ ਪੈਣਾ ਪੈਂਦਾ ਹੈ, ਗੁਰੂ ਦੇ ਦਰ ਤੇ ਜਾਣਾ ਪੈਂਦਾ ਹੈ, ਗੁਰੂ ਦੇ ਨਾਲ ਆਪਣੇ ਆਪ ਨੂੰ ਜੋੜਨਾ ਪੈਂਦਾ ਹੈ। ਜਦ ਤੱਕ ਇਹ ਗੁਰੂ ਦੇ ਨਾਲ ਆਪਣੇ ਆਪ ਨੂੰ
ਅਸੀਂ ਨੇੜੇ ਨਹੀਂ ਕਰਦੇ ਤਦ ਦੇ ਹਉਮੈ ਦੇ ਬੰਧਨ ਨਹੀਂ ਟੁੱਟਦੇ, ਤੇ ਜਦ ਤੱਕ ਹਉਮੈ ਦੇ ਬੰਧਨ ਨਹੀਂ ਟੁੱਟਦੇ ਉਦੋਂ ਤੱਕ ਇਹ ਆਵਾਗਮਨ ਦਾ ਚੱਕਰ ਵੀ, ਜਨਮ ਮਰਨ ਦਾ ਚੱਕਰ ਵੀ ਸਾਡਾ ਖਤਮ ਨਹੀਂ ਹੋਣਾ। ਤਾਂ ਸਤਿਗੁਰੂ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦੀ ਇਸ ਪੌੜੀ ਦੇ ਵਿੱਚ ਇਹ ਗੱਲ ਸਮਝਾਉਂਦੇ ਨੇ ਵੀ ਲੇਖ ਨਾ ਮਿਟਿਹੀ ਹੈ ਸਖੀ, ਜੋ ਲਿਖਿਆ ਕਰਤਾਰ ਪਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ। हे ਸਖੀ, ਇਹ ਲੇਖ ਤਦੋਂ ਮਿਟਦਾ ਹੈ ਜਦੋਂ ਜਿਸ ਪ੍ਰਭੂ ਨੇ ਆਪ ਹੀ ਇਹ ਕਾਰਨ ਕੀਤਾ, ਸਬੱਬ ਬਣਾਇਆ ਹਉਮੈ ਦਾ, ਜਦੋਂ ਉਹ ਕਿਤੇ ਸਾਡੀ ਯਾਦ ਦੇ ਵਿੱਚ ਆ ਜਾਏ, ਸਾਡੀ ਚਿੰਤਨ ਦਾ ਹਿੱਸਾ ਬਣ ਜਾਏ, ਉਹ ਮਿਹਰ ਕਰਕੇ ਜਦੋਂ ਸਾਡੇ ਅੰਦਰ ਆ ਵਸੇ, ਤਾਂ ਫਿਰ ਇਹ ਹਉਮੈ ਦੇ ਲੇਖ ਮਿਟ ਜਾਂਦੇ ਹਨ। ਕਰਤੇ ਹੱਥ ਵਡਿਆਈਆਂ ਬੁਝੋ ਗੁਰ ਵਿਚਾਰ, ਮਨ ਲਿਖਿਆ ਫੇਰ ਨਾ ਸਕੀਐ, ਜਿਉ ਭਾਵੀ ਤਿਉ ਸਾਰ। ਹੁਣ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜੀ ਕਰਤਾਰ ਦੀ ਗੁਣ ਗਾਉਣ ਦੀ ਦਾਤ ਮਾਲਕ ਦੇ ਹੱਥ ਵਿੱਚ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਇਹ ਗੱਲ ਨੂੰ ਸਮਝੋ ਪਹਿਲਾਂ। ਲੋ ਹੁਣ ਦਾਤ ਉਹਦੇ ਕੋਲ ਹੈ, ਸਮਝ ਕਿੱਥੋਂ ਆਉਣੀ ਹੈ? ਉਹ ਫਿਰ ਸ਼ਬਦ ਵਿੱਚੋਂ ਆਣੀ ਹੈ। ਹੋਰ ਕੋਈ ਅਬੂਜੂਲ ਪੜਨ ਨਾਲ ਤਾਂ ਸਮਝ ਆਣੀ ਨਹੀਂ। ਇਹ ਭਾਂਡੇ ਪਰਮਾਤਮਾ ਦੇ ਗੁਣ ਗਾਉਣ ਦੀ ਦਾਤ ਕਰਤਾਰ ਦੇ ਹੱਥ ਵਿੱਚ ਹੈ। ਇਹ ਸਮਝ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਆਉਂਦੀ ਹੈ। ਕਰਤਾਰ ਸਾਰੀਆਂ ਬਖਸ਼ਾਂ ਦਾ ਮਾਲਕ ਹੈ, ਗੋਪਾਲ ਸਾਰੀਆਂ ਬਖਸ਼ਾਂ ਦਾ ਮਾਲਕ ਹੈ। ਜੇ ਜੀਵ ਉੱਤੇ ਉਹਦੀ ਕਿਰਪਾ ਹੋ ਜਾਏ ਤਾਂ ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸ਼ਰਨ ਵਿੱਚ ਜਾ ਕੇ, ਸਤ ਸੰਗਤ ਵਿੱਚ ਜੁੜ ਕੇ ਸ਼ਬਦ ਦੀ ਕਮਾਈ ਕਰਦਾ ਹੈ। ਹੁਣ ਕਿਰਪਾ ਦੇ ਪਾਤਰ ਬਣਨ ਲਈ ਬੇਨਤੀ ਕਰਨੀ ਪੈਂਦੀ ਹੈ। ਕਿਰਪਾ ਦੇ ਪਾਤਰ ਬਣਨ ਲਈ ਵੀ ਬਾਲਕ ਵਾਂਗੂ, ਫਿਰ ਮੈਂ ਬਾਰ-ਬਾਰ ਗੱਲਾਂ ਦੁਹਰਾ ਰਿਹਾ, ਬਾਲਕ ਵਾਂਗੂ, ਬੱਚੇ ਵਾਂਗੂ, ਜਦੋਂ ਬੱਚੇ ਵਾਂਗੂ ਪ੍ਰਾਰਥਨਾ ਕਰੇਗਾ ਨਾ, ਬਸ ਅੰਦਰੋਂ ਬਿਲਕੁਲ ਨਿਰਕਪਟ ਹੋ ਕੇ, ਛਲ ਰਹਿਤ ਹੋ ਕੇ, ਬੱਚੇ ਦੇ ਸੁਭਾਅ ਵਾਂਗੂ ਉਹਦੇ ਅੱਗੇ ਪ੍ਰਾਰਥਨਾ ਕਰੇਗਾ, ਤੇ ਸਤਿਗੁਰੂ ਜੀ ਗੁਰੂ ਦੀ ਸ਼ਰਨ ਵਿੱਚ ਪਾਉਂਦਾ ਹੈ। ਪਰਮੇਸ਼ਰ ਗੁਰੂ ਦੇ ਸ਼ਬਦ ਦੀ ਸੋਝੀ ਬਖਸ਼ਦਾ ਹੈ। ਫਿਰ ਮਨੁੱਖ ਗੁਰੂ ਸ਼ਬਦ ਨੂੰ ਸਮਝਣਾ ਸ਼ੁਰੂ ਕਰਦਾ ਹੈ। ਪਰ ਬੇਨਤੀ ਹੈ, ਪਹਿਲਾਂ ਬੇਨਤੀ ਕਰਨ ਦੀ ਹੈ। ਜਦੋਂ ਇਹ ਭਰੋਸਾ ਰੱਖ, ਇਹ ਕਹਿ ਰਾਮਈਆ ਹੋ ਬਾਰਗ ਤੇਰਾ, ਇਹ ਕਹਿ ਉਹਦੇ ਕੇ ਤਰਲਾ ਕਰ, ਕਾਹੇ ਨਾ ਖੰਡਸ ਅਵਗੁਣ ਮੇਰਾ, ਉਹਦੇ ਕੇ ਤਰਲਾ ਕਰ, ਮੈਂ ਤੇਰਾ ਬੱਚਾ, ਮੈਂ ਤੇਰਾ ਬਾਲਕ, ਤੇਰਾ ਬੱਚਾ, ਤੇਰਾ ਬਾਲਕ, ਤੇਰਾ ਬੱਚਾ ਕਰ, ਰੋਜ਼ ਤਰਲਾ ਕਰ। ਬਾਲਕ ਵਾਂਗਾ ਸੁਭਾਅ ਬਣਾ, ਤੂੰ ਕਿਉਂ ਮੇਰੇ ਇਸ ਹਉਮੈ ਦੇ ਔਗਣ ਨੂੰ ਨਹੀਂ ਕੱਟਦਾ? ਕਹਿੰਦਾ ਕੱਟ ਦਵੇਂਗਾ, ਮੈਨੂੰ ਭਰੋਸਾ ਹੈ। ਕਿਵੇਂ? ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਤੀਤ ਨਾ ਰਾਖਸ਼ ਤੇਤੇ। ਜਿਵੇਂ ਮਾਂ ਕਿੰਨੇ ਪਾਪ ਕਰਦਾ ਬੱਚਾ, ਗਲਤੀਆਂ ਕਰਦਾ, ਕਦੀ ਮਾਂ ਉਹਦੇ ਰੱਖਦੀ ਆਪਣੇ ਚਿੱਤ ਵਿੱਚ, ਚਿੰਤਨ ਵਿੱਚ, ਫਿਰ ਗਲੇ ਨਾਲ ਲਾ ਲੈਂਦੀ ਹੈ, ਝਿੜਕ ਦਿੰਦੀ ਹੈ, ਫਿਰ ਅੱਗੇ ਨਾਲ ਲਾ ਲੈਂਦੀ ਹੈ। ਤੇਰਾ ਸੁਭਾਅ ਤਾਂ ਇਹੋ ਜਿਹਾ, ਤੂੰ ਬਾਲਕ ਵਰਗਾ ਸੁਭਾਅ ਤਾਂ ਬਣਾ ਕੇ ਵੇਖ, ਉਸ ਮਾਲਕ ਦੇ ਅੱਗੇ ਤਰਲਾ ਕਰਕੇ ਤਾਂ ਦੇਖ ਕਿਵੇਂ ਤੈਨੂੰ ਆਪਣੇ ਗਲੇ ਨਾਲ ਲਾਉਂਦਾ। ਉਹ ਤਾਂ ਬਾਹਾਂ ਉਲਾਰ ਕੇ ਖੜਾ ਹੈ ਆਪਣੇ ਗੱਤੇ ਨੂੰ ਗਲਵਕੜੀ ਵਿੱਚ ਲੈਣ ਲਈ। ਪਰ ਭੋਲੇ ਪਰਛਿਆ, ਤੇਰੇ ਅੰਦਰ ਹੀ ਉਹ ਕੰਧ ਬਣੀ ਹੋਈ ਹੈ ਜਿਹੜੀ ਤੇ ਉਸ ਬਾਹਾਂ ਦੇ ਵਿੱਚ ਜਾ ਕੇ ਸਮਾਣਾ ਨਹੀਂ ਚਾਹੁੰਦੀ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਦੇਖੋ, ਇਹ ਵਡਿਆਈ ਉਹਦੇ ਹੱਥ ਵਿੱਚ ਹੈ। ਜਿਹਨੂੰ ਉਹ ਬਖਸ਼ਿਸ਼ ਕਰਦਾ, ਜਦੋਂ ਉਹਦੇ ਅੱਗੇ ਬੇਨਤੀ ਕਰਦੇ ਫਿਰ ਬਖਸ਼ਿਸ਼ ਕਰਦਾ। ਉਹ ਕਿਹੜਾ ਬਵੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਦੇਖੋ ਕਿੱਡਾ ਵਧੀਆ ਬਚਨ ਲਿਖਿਆ। ਜਦੋਂ ਪੁਕਾਰ ਕਰਦਾ ਹੈ, ਇਹ ਜੀਵ ਰੂਪੀ ਬਵੀਹਾ, ਇੱਥੇ ਪੰਛੀ ਦੀ ਗੱਲ ਤਾਂ ਨਹੀਂ ਹੈ, ਜੀਵ ਰੂਪੀ ਬਵੀਹੇ ਦੀ ਗੱਲ ਹੈ। ਜਦੋਂ ਬੋਲਦਾ, ਪੁਕਾਰ ਕਰਦਾ, ਤਰਲੇ ਲੈਂਦਾ, ਉਹਦੇ ਅੱਗੇ ਪੁਕਾਰਦਾ ਕੀ ਹੁੰਦਾ? ਤਰਲੇ ਲੈਣੇ, ਜੋਦੜੀਆਂ ਕਰਨੀਆਂ, ਬੇਨਤੀਆਂ ਕਰਨੀਆਂ, ਤੇ ਰੱਬ ਕਹਿੰਦਾ ਉਹਦੀ ਪੁਕਾਰ ਸੁਣਦਾ। ਫਿਰ ਗੁਰੂ ਮੇਘਾ, ਗੁਰੂ ਬੱਦਲ, ਗੁਰੂ ਮੇਘ ਨੂੰ ਹੁਕਮ ਹੁੰਦਾ ਹੈ ਕਿ ਜਾ ਇਸ ਪੁਕਾਰ ਕਰਨ ਵਾਲੇ ਦੀ ਹਿਰਦਾ ਤੇ ਜਾ ਕੇ ਮੋਹਲੇ ਧਰ ਬਾਰਿਸ਼ ਕਰ ਦੇ, ਭਾਵ ਠੰਡ ਪਾ ਦੇ। ਗੁਰੂ ਸ਼ਬਦ ਨਾਲ ਠੰਡ ਪਾਉਂਦਾ ਹੈ, ਗੁਰੂ ਸ਼ਬਦ ਦੀ ਵਰਖਾ ਕਰਦਾ ਉੱਥੇ। ਜਿਹੜਾ ਗੁਰੂ ਹੈ ਸ਼ਬਦ ਦੀ ਵਰਖਾ ਕਰਦਾ ਹੈ। ਜਦੋਂ ਗੁਰੂ ਸ਼ਬਦ ਦੀ ਵਰਖਾ ਹੁੰਦੀ ਹੈ, ਫਿਰ ਗੁਰੂ ਸ਼ਬਦ ਦੀ ਵਰਖਾ ਦੇ ਨਾਲ ਅੰਦਰੋਂ ਸਭ ਦੀਵਾਰਾਂ ਟੁੱਟ ਜਾਂਦੀਆਂ ਨੇ, ਤੇ ਉਹ ਸਤਿਗੁਰੂ ਜੀ ਬਚਨ ਕਰਦੇ ਵੀ ਉਹਦਾ ਮਿਲਾਪ ਜਿਹੜਾ ਹੈ ਹੋ ਜਾਂਦਾ ਹੈ, ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਈ ਇਹ ਕਰਤਾਰ ਦੇ ਗੁਣ ਗਾਉਣ ਦੀ ਦਾਤ ਜਿਹੜੀ ਹੈ,
ਇਹ ਮਾਲਕ ਦੇ ਆਪਣੇ ਹੱਥ ਵਿੱਚ ਹੈ, ਪਰਮੇਸ਼ਰ ਦੇ ਆਪਣੇ ਹੱਥ ਵਿੱਚ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਇਸ ਗੱਲ ਨੂੰ ਸਮਝਾਓ, ਸਮਝਣ ਦਾ ਯਤਨ ਕਰੋ। ਲਿਖਿਆ ਫੇਰ ਨਾ ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਇਹ ਦਾਤ ਜਿਹੜੀ ਮਾਲਕ ਦੇ ਹੱਥ ਵਿੱਚ ਹੈ। ਇਹਦਾ ਮਤਲਬ ਮਾਲਕ ਦੇ ਅੱਗੇ ਤਰਲੇ ਕਰੀਏ ਤਾਂ ਹੀ ਸਾਡੇ ਲਿਖੇ ਹੋਏ ਲੇਖ ਜਿਹੜੇ ਨੇ ਮਿਟ ਜਾਣਗੇ। ਮਾਲਕ ਸਾਨੂੰ ਸ਼ਬਦ ਦਾ ਮੀਂਹ ਪਾਏਗਾ, ਉਸ ਸ਼ਬਦ ਦੇ ਮੀਂਹ ਦੇ ਨਾਲ ਸਾਡੇ ਅੰਦਰ ਠੰਡ ਪੈ ਜਾਏਗੀ ਔਰ ਸਾਡੇ ਜਿਹੜੇ ਲਿਖੇ ਹੋਮੇ ਦੇ ਲੇਖ ਨੇ ਉਹ ਅੰਦਰੋਂ ਦੀਵਾਰ ਟੁੱਟ ਜਾਏਗੀ। ਸਤਿਗੁਰੂ ਜੀ ਕਹਿੰਦੇ ਹਨ ਜੀ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗ ਧਾਰ। ਕਰਤੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ। ਲਿਖਿਆ ਫੇਰ ਨਾ ਸਕੀਏ, ਜਿਉ ਭਾਵੀ ਤਿਉ ਸਾਰ। हे ਵੇ ਪਾਂਡੇ, ਦੇਖ ਇਹ ਮਾਲਕ ਨੇ ਲਿਖਿਆ ਤੇ ਉਹਦੇ ਅੱਗੇ ਜਿਵੇਂ ਉਹਨੂੰ ਪਾਉਂਦਾ ਉਵੇਂ ਉਹ ਸੰਭਾਲ ਕਰਦਾ ਹੈ। ਉਹਦੇ ਲਿਖੇ ਹੋਏ ਨੂੰ ਅਸੀਂ ਇਦਾਂ ਮੋੜ ਨਹੀਂ ਸਕਦੇ। ਹਾਂ, ਸਾਡਾ ਕੰਮ ਉਦਮ ਕਰਨਾ ਹੈ, ਸਾਡਾ ਕੰਮ ਉਦਮ ਕਰਨਾ ਹੈ ਤੇ ਉਦਮ ਕਰ, ਤੇਰੇ ਇਹ ਲਿਖੇ ਹੋਏ ਲੇਖ ਮਿਟ ਜਾਣ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਮਨਮੁਖ ਭੂਲੇ ਪਚ ਮੁਏ, ਉਬਰੇ ਗੁਰ ਵਿਚਾਰ। ਤੋ ਸਤਿਗੁਰੂ ਜੀ ਕਹਿੰਦੇ ਵਡਾਈਆਂ ਕਰਤੇ ਦੇ ਹੱਥ ਵਿੱਚ ਨੇ। ਜਦੋਂ ਕਰਤਾ ਬਖਸ਼ਿਸ਼ ਕਰਦਾ ਹੈ ਤਾਂ ਸਾਨੂੰ ਸ਼ਬਦ ਦੀ ਸੋਝੀ ਬਖਸ਼ਦਾ ਹੈ। ਫਿਰ ਬਬੀਹਾ ਸ਼ਬਦ, ਜੀਵ ਰੂਪੀ ਬਬੀਹਾ ਸ਼ਬਦ ਦੀ ਕਮਾਈ ਕਰਦਾ ਹੈ ਤੇ ਸ਼ਬਦ ਵਿੱਚ ਜੁੜ ਕਰਕੇ ਗੁਰ ਉਪਦੇਸ਼ ਤੇ ਚੱਲਣ ਕਰਕੇ ਹਉਮੈ ਤੋਂ ਛੁਟਕਾਰਾ ਪਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੀ ਸ਼ਬਦ ਦੀ ਕਮਾਈ, ਗੁਰੂ ਹੁਕਮਾਂ ਨੂੰ ਸੁਣਨਾ, ਮੰਨਣਾ ਤੇ ਅਮਲ ਵਿੱਚ ਲਿਆਉਣ ਦੀ ਜ਼ਿੰਦਗੀ ਚਲਾਉਂਦਾ, ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਤਾਂ ਗੁਰਦੇਵ ਜੀ ਬਖਸ਼ਿਸ਼ ਕਰਕੇ ਆਪਣੀ ਕਿਰਪਾ ਦਾ ਹੱਥ ਉਸ ਜੀਵ ਦੇ ਸਿਰ ਤੇ ਰੱਖਦੇ ਹਨ, ਉਸ ਜੀਵ ਦੇ ਸਿਰ ਤੇ ਹੱਥ ਰੱਖਦੇ ਹਨ ਤੇ ਇਹ ਜੀਵ ਰੂਪੀ ਜਿਗਿਆਸੂ ਦੀ ਸੋਚ ਫਿਰ ਅੰਤਰਮੁਖੀ ਹੋ ਜਾਂਦੀ ਹੈ। ਅੰਤਰਮੁਖੀ ਹੋ ਜਾਂਦੀ, ਫਿਰ ਬੁੱਧ ਬਦਲ ਜਾਂਦੀ ਹੈ, ਸੋਚ ਬਦਲ ਜਾਂਦੀ ਹੈ, ਵਿਚਾਰ ਬਦਲ ਜਾਂਦੀ ਹੈ। ਹਉਮੈ ਨਾਲ ਫੁੱਲ ਕੇ ਹਾਥੀ ਬਣਿਆ ਹੋਇਆ ਮਨ ਨਿਮਰਤਾ ਦੇ ਘਰ ਵਿੱਚ ਆ ਕੇ ਟਿਕ ਜਾਂਦਾ ਹੈ। ਇਹ ਪਾਂਡੇ, ਜਿੰਨਾ ਚਿਰ ਸਾਡੇ ਵਿੱਚੋਂ ਆਪਣੀ ਅਕਲ ਦੀ ਹਉਮੈ ਹੈ ਉਹਨਾਂ ਚਿਰ ਸਾਡੇ ਅੰਦਰ ਆਤਮਿਕ ਬਲ ਨਹੀਂ ਹੋ ਸਕਦਾ। ਜਦੋਂ ਗੁਰੂ ਦੀ ਕਿਰਪਾ ਹੋਵੇ, ਆਪਣੀ ਅਕਲ, ਸਿਆਣਪ ਤੇ ਤਾਕਤ ਦਾ ਮਾਨ ਖਤਮ ਹੋ ਜਾਏ ਤਾਂ ਫਿਰ ਕਹਿੰਦੇ ਨੇ ਮੈਂ ਕਰਨ ਵਾਲੀ ਸੋਚ ਛੱਡ ਕੇ ਫਿਰ ਤੂੰ ਕਰਨ ਵਾਲੀ ਬਿਰਤੀ ਮਨੁੱਖ ਦੀ ਬਣ ਜਾਂਦੀ ਹੈ। ਤੂੰ ਹੀ ਤੂੰ ਮਨੁੱਖਾ ਜਨਮ ਦਾ ਅਸਲ ਮਨੋਰਥ ਹੈ, ਅਸਲੀ ਸਾਧਨ ਹੈ। ਇੱਥੇ ਗੁਰੂ ਪਾਤਸ਼ਾਹ ਜੀ ਨੇ ਵਾਰ-ਵਾਰ ਸਾਨੂੰ ਇਹ ਗੱਲ ਸਮਝਾਈ ਹੈ। ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਮੈਂ ਸੀ ਉਦੋਂ ਤੂੰ ਨਹੀਂ ਸੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਲੋ ਦੇਖੋ ਕਿੱਡੀ ਸੌਖਿਆ ਜਿਹਾ ਕਹਾਣੀ ਸਾਡੇ ਅੱਗੇ ਰੱਖ ਦਿੱਤੀ ਭਗਤ ਜੀ ਨੇ। ਤੇ ਕਹਿੰਦੇ ਨੇ ਦੇਖੋ ਕਿੱਡੀ ਕਮਾਲ ਦੀ ਕਹਾਣੀ ਸਾਡੇ ਅੱਗੇ ਰੱਖ ਦਿੱਤੀ। ਦੋ ਸ਼ਬਦ ਹੁੰਦੇ ਨੇ, ਇੱਕ ਭਗਤ ਰਵਿਦਾਸ ਜੀ ਦਾ ਹੁੰਦਾ, ਇੱਕ ਭਗਤ ਕਬੀਰ ਜੀ ਦਾ ਸ਼ਬਦ ਹੈ। ਭਗਤ ਕਬੀਰ ਜੀ ਦੇ ਸ਼ਬਦ ਦੀ ਕੱਲ ਆਪਾਂ ਵਿਚਾਰ ਕੀਤੀ ਸੀ, ਉਸ ਪ੍ਰਮਾਣ ਦੀ। ਪਰ ਸਤਿਗੁਰੂ ਜੀ ਜਿਹੜੀ ਅੱਜ ਸਾਨੂੰ ਗੱਲ ਕਹਿੰਦੇ ਨੇ ਇਹ ਭਗਤ ਜੀ ਜਿਹੜੀ ਅੱਜ ਗੱਲ ਸਮਝਾਉਂਦੇ ਨੇ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਦ। ਲਹਿਰਾਂ ਚੋਂ ਲਹਿਰਾਂ ਉੱਠਦੀਆਂ ਨੇ, ਕਈ ਲਹਿਰਾਂ ਵਿੱਚ ਸਮਾ ਜਾਂਦੀਆਂ ਤੇ ਪਾਣੀ ਵੀ ਸਮਾ ਕੇ ਲੀਨ ਹੋ ਜਾਂਦਾ ਹੈ। ਕੋਈ ਭੇਦ ਹੈ ਉਹਨਾਂ ਦਾ? ਕੋਈ ਹੈ ਆਪਸੀ ਭੇਦ? ਕੋਈ ਭੇਦ ਨਹੀਂ। ਇਹ ਵਾਹਿਗੁਰੂ ਜੀਵ, ਤੇਰਾ ਵੀ ਪਰਮਾਤਮਾ ਦੇ ਨਾਲ ਸੰਬੰਧ ਇਹੋ ਜਿਹਾ ਹੈ। ਇਹੋ ਜਿਹੇ ਸੰਬੰਧ ਨੂੰ ਸਮਝ ਪਹਿਲਾਂ, ਇਹ ਸਮਝ ਮੇਰਾ ਉਹਦੇ ਨਾਲ ਵਿਛੋੜਾ ਹੋ ਗਿਆ, ਉਹ ਤੋਂ ਅਲੱਗ ਹੋ ਗਿਆ ਹਾਂ। ਤੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਸ ਪੌੜੀ ਨੇ ਸਾਨੂੰ ਸਮਝਾਉਂਦੇ ਨੇ, ਕਰਦੇ ਹੱਥ ਵਡਿਆਈਆਂ, ਬੂਝੋ ਗੁਰ ਵਿਚਾਰ। ਲਿਖਿਆ ਫੇਰ ਨਾ ਸਕੀਏ, ਜੋ ਭਾਵੇ ਤਿਉ ਸਾਰ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਕਹਿੰਦੇ ਨੇ ਪਰਮਾਤਮਾ ਤਾਂ ਆਪਣੀ ਨਜ਼ਰ ਕਰਦਾ ਹੈ। ਦੇਖੋ ਹਰ ਗੱਲ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਦੇਖੋ, ਹੇ ਵਾਹਿਗੁਰੂ ਜੀ, ਤੁਸੀਂ ਤਾਂ ਬੇਅੰਤ ਹੋ, ਤੁਸੀਂ ਤਾਂ ਬੇਅੰਤ ਹੋ। ਕਿਉਂ ਬੇਅੰਤ ਹੋ? ਜਿਹੜੇ ਸਾਡੇ ਮਨ ਵਿੱਚ ਕਰਮਾਂ ਅਨੁਸਾਰ ਸੰਸਕਾਰ ਉਕਰੇ ਜਾਂਦੇ ਹਨ,
ਉਹ ਸਾਡੀ ਆਪਣੀ ਚਤੁਰਾਈ ਨਾਲ ਤਾਂ ਬਦਲੇ ਜਾ ਨਹੀਂ ਸਕਦੇ, ਪਰ ਜੇ ਤੈਨੂੰ ਚੰਗਾ ਲੱਗੇ, ਜੇ ਤੈਨੂੰ ਚੰਗਾ ਲੱਗੇ ਤਾਂ ਫਿਰ ਤੂੰ ਸਾਡੀ ਸੰਭਾਲ ਆਪ ਕਰਦਾ ਹੈ। ਜੇ ਤੈਨੂੰ ਚੰਗਾ ਲੱਗੇ, ਚੰਗਾ ਲੱਗਣ ਲਈ, ਕਬੂਲ ਹੋਣ ਦੇ ਲਈ ਕੁਝ ਕਰਨਾ ਪੈਂਦਾ ਹੈ, ਉਹ ਮਿਹਨਤ ਮੰਗਦਾ ਹੈ। ਅਸੀਂ ਮਾਂ-ਬਾਪ ਦੇ ਭਾਵੇਂ ਬੱਚੇ ਹਾਂ, ਮਾਂ-ਬਾਪ ਨੂੰ ਸਭ ਤੋਂ ਪਿਆਰਾ ਬੱਚਾ ਕਿਹੜਾ ਲੱਗਦਾ? ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਹੈ, ਜਿਹੜਾ ਉਹਨਾਂ ਦੇ ਕਹਿਣੇ ਵਿੱਚ ਤੁਰਦਾ ਹੈ, ਜਿਹੜਾ ਹਰ ਗੱਲ ਉਹਨਾਂ ਦੀ ਮੰਨਦਾ ਹੈ। ਮਾਂ-ਬਾਪ ਨੂੰ ਸਭ ਤੋਂ ਪਿਆਰਾ ਲੱਗਦਾ, ਪਿਆਰ ਵੀ ਉਹਦੇ ਨਾਲ ਜ਼ਿਆਦਾ ਕਰਦਾ। ਲੇਕਿਨ ਪਰਮੇਸ਼ਰ ਸਭ ਨੂੰ ਪਿਆਰ ਕਰਦਾ ਹੈ, ਲੇਕਿਨ ਕਿਹਦੀ ਗੱਲ ਸੁਣ? ਜਿਹੜਾ ਉਹਦਾ ਬਣ ਕੇ ਰਹਿੰਦਾ ਹੈ, ਹੁਕਮ ਰਜਾਈ ਚੱਲਣ ਦੀ ਜਾਚ ਸਕਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਸਾਡੇ ਮਨ ਉੱਤੇ ਲਿਖਿਆ ਫੇਰ ਨਾ ਸਕੀਏ। ਜਿਹੜੇ ਸਾਡੇ ਅਨੁਸਾਰ ਲਿਖੇ ਉਕਰੇ ਲੇਖ ਨੇ, ਇਹ ਅਸੀਂ ਨਹੀਂ ਮਿਟਾ ਸਕਦੇ, ਆਪਣੀ ਚਤੁਰਾਈ ਦੇ ਨਾਲ ਬਦਲੇ ਨਹੀਂ ਜਾ ਸਕਦੇ। ਜਿਉਂ ਭਾਵੀ ਤਿਉਂ ਸਾਰ, ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਹ ਸਾਡੀ ਸੰਭਾਲ ਕਰ। ਬਸ ਇਹ ਕਹਿ ਉਹਦੇ ਅੱਗੇ, ਮਾਲਕ ਦੇ ਅੱਗੇ ਤਰਲਾ ਲੈ। ਫਿਰ ਅੱਗੇ ਕਹਿੰਦੇ ਨੇ, ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਹੇ ਵਾਹਿਗੁਰੂ ਜੀ, ਇਹ ਗੱਲ ਆਖੀਏ ਕਿ ਗੁਰੂ ਦੀ ਸ਼ਬਦ ਵਿਚਾਰ ਕਰਕੇ ਅਸੀਂ ਇਹ ਵੇਖ ਲਿਆ ਹੈ ਕਿ ਪ੍ਰਭੂ ਜੀ ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁੱਖ ਮਿਲਦਾ ਹੈ। ਇਹ ਸਮਝ ਕਿੱਥੋਂ ਆਈ? ਸ਼ਬਦ ਦੀ ਵਿਚਾਰ ਵਿੱਚੋਂ। ਜਦੋਂ ਜਿਵੇਂ ਸ਼ਬਦ ਦੀ ਵਿਚਾਰ ਕੀਤੀ, ਫਿਰ ਸਾਨੂੰ ਸਮਝ ਆ ਗਈ ਕਿ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਸਾਨੂੰ ਇਹ ਗੱਲ ਸਮਝ ਆ ਗਈ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਕਦੋਂ ਸਮਝ ਆਈ ਇਹ ਗੱਲ? ਕਦੋਂ ਸਮਝ ਆਈ? ਮਿਹਰਬਾਨ ਸਾਹਿਬ ਮਿਹਰਬਾਨ, ਤਲੰਗ ਰਾਗ 'ਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਸਾਹਿਬ ਮੇਰਾ ਮਿਹਰਬਾਨ। ਕਹਿੰਦੇ ਜੀ ਸਗਲ ਕੋ ਦੇ ਦਾਨ, ਜਿਹੜਾ ਸਾਰੇ ਜੀ ਸਗਲ ਨੂੰ ਦਾਨ ਦੇਈ ਜਾਂਦਾ। ਤੂੰ ਕਾਹੇ ਡੋਲੇ ਪ੍ਰਾਣੀਆਂ, ਕਿਉਂ ਡੋਲਦਾ ਹੈ? ਕਿਉਂ ਚਿੰਤਾ ਕਰਦਾ ਹੈ? ਤੈਨੂੰ ਪਤਾ ਨਹੀਂ ਉਹਦੀ ਨਜ਼ਰ ਵਿੱਚ ਸੁੱਖ ਹੈ? ਤੈਨੂੰ ਨਹੀਂ ਪਤਾ ਜਿਨ ਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਹੁਣ ਇੱਥੇ ਸਾਹੋ ਲਫ਼ਜ਼ ਨਹੀਂ ਹੈ, ਸਾਹ ਹੈ। ਆਮ ਤੌਰ ਤੇ ਉਚਾਰਨ ਕਰਨ ਲੱਗਿਆ ਅਸੀਂ ਇਹ ਹਾਹੇ ਦੇ ਉਚਾਰਨ ਜਦੋਂ ਹੋਣਗੇ ਸ਼ੁੱਕਰਵਾਰ ਇਹ ਵੀ ਸਮਝ ਆ ਜਾਏਗੀ। ਇੱਥੇ ਉਚਾਰਨ ਹੈ ਸਾਹ। ਤੋ ਸਤਿਗੁਰੂ ਜੀ ਕਹਿੰਦੇ ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਇਹ ਅਰਦਾਸ ਹੈ ਸਾਡੀ। ਇਹ ਅਰਦਾਸ ਕਰੀਏ ਕਿ ਮਾਲਕ ਜੀ, हे ਪਰਮੇਸ਼ਰ ਜੀ, ਮੇਰੀ ਗੱਲ ਨਾਲ ਕੁਛ ਨਹੀਂ ਬਣਨਾ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਗੱਲ ਸਮਝਾਉਣੀ ਹੈ ਉਸ ਮਾਲਕ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਮਨਮੁਖ ਭੂਲੇ ਪਚ ਮੁਏ, ਉਬਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ, ਤਿਸਕਾ ਕਿਆ ਕਰ ਕਹਿ ਜਾਏ। ਬਲਿਹਾਰੀ ਗੁਰੇ ਆਪਣੇ ਜਨ ਹਿਰਦੇ ਦਿੱਤਾ ਦਿਖਾਏ। ਹੁਣ ਸਤਿਗੁਰੂ ਕਹਿੰਦੇ ਮਨਮੁਖ ਭੁੱਲੇ। ਇੱਕ ਪਾਸੇ ਉਹ ਨੇ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ, ਇੱਕ ਪਾਸੇ ਉਹ ਲੋਕ ਨੇ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ। ਜਿਹੜੇ ਮਨੁੱਖ ਮਨ ਦੇ ਪਿੱਛੇ ਤੁਰਦੇ ਨੇ ਉਹ ਹਉਮੈ ਦੇ ਗੇੜ ਵਿੱਚ ਫਸ ਕੇ ਦੁਖੀ ਹੁੰਦੇ ਨੇ। ਬਚੇ ਉਹ ਹਨ ਜੋ ਗੁਰੂ ਦੀ ਸ਼ਬਦ ਵਿਚਾਰ ਵਿੱਚ ਜੁੜਦੇ ਹਨ। ਬਚਦਾ ਕੌਣ ਹੈ? ਮਨਮੁਖ ਭੁੱਲੇ ਪਚ ਮੁਏ, ਉਹ ਮਰ ਗਏ, ਹਉਮੈ ਦੇ ਉਸ ਪਾਈ ਵਿੱਚ ਲੱਗੇ ਰਹੇ। ਤੇ ਉਭਰੇ ਤਰਿਆ ਕੌਣ? ਗੁਰ ਵਿਚਾਰ, ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਵਿੱਚ ਕੀਤੀ, ਜਿਹੜੇ ਸ਼ਬਦ ਦੀ ਵਿਚਾਰ ਵਿੱਚ ਜੁੜ ਗਏ। ਇਹ ਤਾਂ ਦੇਖੋ ਬੜੀ ਸਿੱਧੀ ਕਹਾਣੀ ਆ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਇਹ ਗੁਣਵੰਤੀ ਹੈ ਨਾ, ਗੁਣਾਂ ਵਾਲੇ ਹੰਝਣੇ। ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਹੀਂ ਇਹ ਪਰਦਾ ਕੱਟਿਆ ਜਾਣਾ। ਮਨਮੁਖ ਮੈਲ ਨਾ ਉਤਰੇ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਇਸ ਕਰਕੇ ਕਹਿੰਦੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਨਿਜ ਘਰ ਵਸੇ ਅੰਮ੍ਰਿਤ ਪੀਵੇਂ, ਤਾਂ ਸੁਖ ਲਹੇ ਮਹਿਲ। ਤੂੰ ਸਤਿਗੁਰ ਦੇ ਭਾਣੇ ਚ ਤੁਰ। ਮਨਮੁਖ ਜਿਹੜੇ ਤੇ ਇੱਕ ਪਾਸੇ ਗੁਣਵੰਤੀ ਨੇ, ਦੋਨਾਂ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਕੀਤਾ। ਸਤਿਗੁਰ ਦਾ ਸ਼੍ਰੀ ਰਾਗ ਵਿੱਚ ਬਚਨ ਸੀ ਗੁਰੂ ਅਮਰਦਾਸ ਜੀ ਦਾ। ਕਹਿੰਦੇ ਨੇ ਗੁਣਵੰਤੀ ਸੱਚ ਪਾਇਆ ਹੈ ਉਹ,
ਤੇ ਹੇ ਮੇਰੇ ਮਨ ਦੇਖ, ਗੁਰੂ ਦੇ ਸ਼ਰਨ ਪੈਣ ਤੋਂ ਬਿਨਾ ਇਹ ਗੱਲ ਸਮਝ ਨਹੀਂ ਆਉਂਦੀ। ਇੱਕ ਪਾਸੇ ਮਨਮੁਖ ਹਨ, ਇੱਕ ਪਾਸੇ ਗੁਰਮੁਖ ਹਨ, ਜਿਹੜੇ ਗੁਰੂ ਦੀ ਵਿਚਾਰ ਉਭਰ ਪਾਰ ਹੋ ਜਾਂਦੇ ਨੇ, ਤਰ ਜਾਂਦੇ ਨੇ, ਜਿਹੜੇ ਜਿਹੜੇ ਕਿਹੜੇ ਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਆਪਣੇ ਹਿਰਦੇ ਵਿੱਚ ਥਾਂ ਦਿੰਦੇ ਹਨ। ਉਹ ਸਾਹਿਬ ਜੀ ਆਖਰੀ ਪੰਕਤੀਆਂ 'ਚ ਕਹਿੰਦੇ ਨੇ, ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਿਹਾ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ। ਵੀ ਜਿਹੜੇ ਮਨੁੱਖ ਸਤਿਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਲੱਗੇ ਰਹੇ, ਉਹ ਗੱਲ ਨਹੀਂ ਬਣੀ। ਹੁਣ ਪਾਤਸ਼ਾਹ ਅੱਗੇ ਕਹਿੰਦੇ ਨੇ ਵੀ ਇਹ ਉਹ ਪ੍ਰਮਾਤਮਾ ਜਿਹੜਾ ਨਾ, ਇਹਨਾਂ ਅੱਖਾਂ ਨਾਲ ਨਹੀਂ ਦਿਖਦਾ, ਇਹਨਾਂ ਅੱਖਾਂ ਨਾਲ ਨਹੀਂ ਦਿਖਦਾ ਪ੍ਰਮਾਤਮਾ। ਕਿ ਜੇ ਪੁਰਖ ਨਦਰ ਨਾ ਆਵੇ, ਵੀ ਇਹਨਾਂ ਅੱਖਾਂ ਨਾਲ ਉਹ ਨਹੀਂ ਦਿਸਦਾ। ਉਸਦੇ ਗੁਣ ਇਸ ਤਰ੍ਹਾਂ ਗਾਏ ਵੀ ਨਹੀਂ ਜਾ ਸਕਦੇ। ਜੇ ਉਹਨੂੰ ਕਹੀਏ ਨਾ ਵੀ ਉਹ ਸਾਹਮਣੇ ਰੱਖ ਕੇ ਉਹਦੇ ਗੁਣ ਗਾ ਲਈਏ, ਉਹ ਤਾਂ ਬੇਅੰਤ ਹੈ। ਜਿਹਦੇ ਗੁਣਵੰਤ, ਉਹ ਜਿਹਦੇ ਗੁਣ ਹੀ ਬੇਅੰਤ ਨੇ, ਕਿਹੜੇ ਕਿਹੜੇ ਗੁਣ ਅਸੀਂ ਗਾ ਸਕਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ, ਦੇਖੋ ਜਿਹੜਾ ਪੁਰਖ ਨੂੰ ਦੇਖਿਆ ਹੀ ਨਹੀਂ, ਅਸੀਂ ਦੇਖ ਹੀ ਨਹੀਂ ਸਕਦੇ ਅੱਖਾਂ ਨਾਲ, ਉਹ ਅੱਖਾਂ ਹੋਰ ਨੇ, ਅਸੀਂ ਉਹਦੇ ਗੁਣ ਕਿਵੇਂ ਗਾ ਸਕਦੇ ਹਾਂ। ਹੁਣ ਤੁਸੀਂ ਕਿ ਰੱਬ ਦਾ ਖੁਸ਼ਾਮਦ ਕਰਾਉਂਦਾ ਆਪਣੀ, ਰੱਬ ਨੇ ਕੀ ਖੁਸ਼ਾਮਦ ਕਰਾਉਣੀ ਹੈ? ਰੱਬ ਦੀ ਖੁਸ਼ਾਮਦ ਹੈ, ਰੱਬ ਦੇ ਗੁਣ ਕੋਣੇ ਨਹੀਂ। ਉਹ ਤਾਂ ਸੁਲਤਾਨ ਹੈ, ਅਸੀਂ ਉਹਨੂੰ ਮੀਆਂ ਜੀ ਕਹਿ ਕੇ ਗੱਲ ਕਰ ਲਈਏ ਤੇ ਉਹਦੀ ਵਡਿਆਈ ਹੋਏਗੀ, ਉਹਦੀ ਘਟਾਇਆ ਹੋਇਆ। ਰੱਬ ਦੇ ਗੁਣ ਤਾਂ ਕਿੰਨੇ ਨੇ, ਰੱਬ ਦੇ ਗੁਣਾਂ ਦਾ ਅੰਤ ਅਸੀਂ ਨਹੀਂ ਪਾ ਸਕਦੇ। ਤਾਂ ਸਤਿਗੁਰੂ ਜੀ ਇੱਥੇ ਕਹਿੰਦੇ ਨੇ, ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਿਹਾ ਜਾਏ, ਉਹਨੂੰ ਕਿਵੇਂ ਕਿਹਾ ਜਾ ਸਕਦਾ, ਕਿਵੇਂ ਬਿਆਨ ਕੀਤਾ ਜਾ ਸਕਦਾ ਹੈ। ਪਰ ਹੁਣ ਸਤਿਗੁਰੂ ਜੀ ਬਚਨ ਕਰਦੇ, ਬਲਿਹਾਰੀ ਗੁਰ ਆਪਣੇ ਜਿਨ ਹਿਰਦਾ ਦਿੱਤਾ ਦਿਖਾਏ। ਵੀ ਮੈਂ ਆਪਣੇ ਗੁਰੂ ਤੋਂ ਤਾਂ ਹੀ ਸਦਕੇ ਜਾਣਾ, ਤਾਂ ਹੀ ਕੁਰਬਾਨ ਜਾਣਾ, ਬਲਿਹਾਰੀ ਸਦਕੇ ਜਾਣਾ ਆਪਣੇ ਗੁਰੂ ਤੋਂ, ਜਿਹਨੇ ਮੈਨੂੰ ਹਿਰਦੇ ਵਿੱਚ ਹੀ ਦਿਖਾ ਦਿੱਤਾ ਹੈ, ਜਿਹਨੇ ਹਿਰਦੇ ਦੇ ਵਿੱਚ ਹੀ ਗੁਰੂ ਦਿਖਾ ਦਿੱਤਾ ਹੈ। ਤਾਂ ਸਾਹਿਬ ਜੀ ਕਹਿੰਦੇ ਉਹ ਤਾਂ ਪ੍ਰਮਾਤਮਾ ਇਹੋ ਜਿਹਾ ਜਿਹਨੇ ਬਾਹਰ ਲੱਭਣ ਤੋਂ ਹੁਣ ਕੰਮ ਮੁਕਾ ਦਿੱਤਾ, ਸਾਡੀ ਖਲਾਸੀ ਕਰਾ ਦਿੱਤੀ। ਇਹ ਹਿਰਦੇ ਦੇ ਘਰ ਵਿੱਚੋਂ ਹੀ ਘਰ ਦਿਖਾ ਦਿੱਤਾ ਹੈ, ਉਹਦਾ ਘਰ ਲੱਭ ਪਿਆ ਜਿਹੜਾ ਇਸ ਘਰ ਵਿੱਚ ਵਸਿਆ ਹੋਇਆ ਹੈ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਵੀ ਅਸੀਂ ਤਾਂ ਬਾਹਰ ਤੋਂ ਜਾਣਦੇ ਹੋ, ਬਾਹਰ ਜਾਂਦੇ ਹੀ ਨਹੀਂ ਕਿਤੇ। ਅਨੁਭਵ ਅਚਰਜ ਰੂਪ ਪ੍ਰਭ ਵੇਖਿਆ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ। ਉਹ ਤਾਂ ਅਨੁਭਵ ਹੈ, ਅਚਰਜ ਰੂਪ ਹੈ, ਮੈਂ ਤਾਂ ਦੇਖ ਲਿਆ, ਹੁਣ ਤਾਂ ਮੇਰਾ ਮਨ ਕਿਤੇ ਜਾਂਦਾ ਹੀ ਨਹੀਂ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਥਾ। ਦੇਖੋ ਕਿੰਨੇ ਪਿਆਰੇ ਬਚਨ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਮਾਰੂ ਰਾਗ ਦੇ ਵਿੱਚ, ਸਾਹਿਬ ਜੀ ਦੇ ਪਾਵਨ ਅੰਕ 1002 ਦੇ ਉੱਤੇ ਨੇ। ਕਹਿੰਦੇ ਨੇ, ਅਨੁਭਵ ਅਚਰਜ ਰੂਪ ਪ੍ਰਭ ਦੇਖਿਆ ਵੇਖਿਆ, ਮੇਰਾ ਮਨ ਛੋੜ ਨਾ ਕਦਹੂ ਜਾਇਆ ਥਾ। ਜਾਂਦਾ ਹੀ ਨਹੀਂ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਗੁਰੂ ਨੇ ਕਿਰਪਾ ਕਰਕੇ ਦਿਖਾਤਾ। ਉਹਦੀ ਕੀਮਤ ਕੌਣ ਪਾ ਸਕਦਾ, ਉਹਦੀ ਕਹਾਣੀ ਕੌਣ ਦੱਸ ਸਕਦਾ, ਉਹਦੀ ਗੱਲਾਂ ਕੌਣ ਕਰੇ। ਸਤਿਗੁਰੂ ਕਹਿੰਦੇ, ਬਲਿਹਾਰੀ ਗੁਰ ਆਪਣੇ ਜਿਹਨੇ ਹਿਰਦੇ ਦਿੱਤਾ ਦਿਖਾਏ। ਮੈਂ ਉਸ ਗੁਰੂ ਤੋਂ ਸਦਕੇ ਹਾਂ, ਮੈਂ ਉਸ ਗੁਰੂ ਤੋਂ ਬਲਿਹਾਰ ਹਾਂ, ਜਿਸ ਨੇ ਮੈਨੂੰ ਆਪਣੇ ਹਿਰਦੇ ਵਿੱਚੋਂ ਪਰਮੇਸ਼ਰ ਦਿਖਾ ਦਿੱਤਾ ਹੈ। ਤੇ ਇਸ ਪਰਮੇਸ਼ਰ ਦੇ ਦਿਖਾਉਣ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਹਿਰਦੇ ਦੇ ਲੇਖ ਜਿਹੜੇ ਹਨ ਉਹ ਬਦਲ ਜਾਂਦੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਵੀ ਸਖੀ, ਇਹ ਲੇਖ ਜੋ ਕਰਤਾਰ ਨੇ ਲਿਖੇ ਨੇ, ਤੇਰੀ ਚਲਾਕੀ ਨਾਲ ਨਹੀਂ ਮਿਟਣੇ। ਗੁਰ ਪਰਮੇਸ਼ਰ ਚਾਹੇ ਤਾਂ ਲੇਖ ਮਿਟ ਸਕਦੇ ਨੇ। ਉਹ ਨੀਵਿਆਂ ਤੋਂ ਸੁਲਤਾਨ ਬਣਾ ਸਕਦਾ ਹੈ, ਉਹ ਤਾਂ ਸੁਲਤਾਨ ਤੋਂ ਥੱਲੇ ਰੋਲ ਸਕਦਾ ਹੈ, ਉਹਦੇ ਹੱਥ ਵਿੱਚ ਹੈ। ਮਿਹਰ ਦੀ ਨਜ਼ਰ ਕਰੇ ਤਾਂ ਉਹ ਸ਼ਬਦ ਦੀ ਦਾਤ ਬਖਸ਼ਦਾ ਹੈ, ਤੇ ਸ਼ਬਦ ਦੀ ਦਾਤ ਨਾਲ ਹੀ ਸਦੀਵ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਦ੍ਰਿਸ਼ਟ ਪ੍ਰਭੂ ਹੈ, ਉਹ ਦਿਸਦਾ ਨਹੀਂ। ਪਰ ਸੱਚੇ ਗੁਰੂ ਤੋਂ ਕੁਰਬਾਨ ਜਾਈਏ, ਸਦਕੇ ਜਾਈਏ, ਬਲਿਹਾਰ ਜਾਈਏ, ਜਿਹੜਾ ਉਸ ਅਦ੍ਰਿਸ਼ਟ ਪ੍ਰਭੂ ਦੇ ਦਰਸ਼ਨ ਵੀ ਸਾਨੂੰ ਇਸ ਹਿਰਦੇ ਦੇ ਘਰ ਵਿੱਚ ਹੀ ਕਰਾ ਦਿੰਦਾ ਹੈ, ਤੇ ਸਾਡੇ ਮਸਤਕ ਦੇ ਲੇਖ ਬਦਲ ਕੇ ਜਨਮ ਮਰਨ ਤੋਂ ਸਾਡੀ ਖਲਾਸੀ ਕਰਾ ਦਿੰਦਾ ਹੈ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ, ਸਮਾਂ 3-4 ਮਿੰਟ ਵਧੇਰੇ ਲੱਗ ਗਿਆ ਜੀ। ਆਪ ਪਾਸੋਂ ਖਿਮਾ ਚਾਹੁੰਦਾ ਹਾਂ, ਕਿਉਂਕਿ ਇਹ ਵਿਸ਼ਾ ਕੁਛ ਇਸ ਤਰ੍ਹਾਂ ਦਾ ਹੈ ਜਿਸ ਨੂੰ ਸਮਝਣਾ ਬੜਾ ਜ਼ਰੂਰੀ ਸੀ। ਇੱਕ ਵਾਰ ਫੇਰ ਆਪ ਨੂੰ ਖਿਮਾ ਚਾਹੁੰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।